ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BSc ਭਾਗ ਦੂਸਰਾ ਦੇ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਕਾਵਿ ਲਹਿਰਾਂ, ਜਿਸ ਦੇ ਸੰਪਾਦਕ ਡਾਕਟਰ ਲਖਵੀਰ ਸਿੰਘ ਹਨ। ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤੀ ਗਈ ਕਵਿਤਾ ਫਿਰ ਪਾਰੋ ਨੇ ਕਿਹਾ, ਇਹਦੇ ਬਾਰੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ। ਫਿਰ ਪਾਰੋ ਨੇ ਕਿਹਾ ਕਵਿਤਾ ਬਾਬਾ ਬਲਵੰਤ ਦੀ ਲਿਖੀ ਹੋਈ ਹੈ। ਇਹ ਕਵਿਤਾ ਬਹੁਤ ਹੀ ਮਹੱਤਵਪੂਰਨ ਹੈ। ਇਸ ਕਵਿਤਾ ਦੇ ਵਿੱਚ ਜਿਹੜਾ ਵਿਸ਼ਾ ਲਿੱਤਾ ਗਿਆ ਲੇਖਕ ਨੇ, ਕਵੀ ਨੇ, ਉਹ ਲੋਕਾਂ ਦੇ ਅਧਿਆਤਮਿਕ ਜੀਵਨ ਵਿੱਚ ਡੁੱਬ ਕੇ ਕਿਸ ਢੰਗ ਦੇ ਨਾਲ ਉਹ ਗੁਲਾਮੀ ਦਾ ਸ਼ਿਕਾਰ ਹੁੰਦੇ ਹੈ, ਕਿਸ ਢੰਗ ਦੇ ਨਾਲ ਲੁੱਟ ਖਸੁੱਟ ਦਾ ਸ਼ਿਕਾਰ ਹੋ ਕੇ ਦੁੱਖ ਭੋਗ ਰਹੇ ਹੈ, ਔਰ ਇਹਨਾਂ ਤੋਂ ਮੁਕਤ ਹੋ ਕੇ ਕਿਸ ਢੰਗ ਦੇ ਨਾਲ ਖੁਸ਼ਹਾਲੀ ਵਾਲਾ ਜੀਵਨ ਬਸਰ ਕਰ ਸਕਦੇ ਹੈ, ਕਿਸ ਢੰਗ ਦੇ ਨਾਲ ਇਨਕਲਾਬ ਦੀ ਚੇਤਨਾ ਦੇ ਨੂੰ ਅਪਣਾ ਕੇ ਉਹ ਆਪਣੇ ਜੀਵਨ ਲੀਲਾ ਨੂੰ, ਆਪਣੇ ਜੀਵਨ ਨੂੰ, ਆਪਣੇ ਸਮਾਜ ਨੂੰ ਬਦਲ ਸਕਦੇ ਹੈ। ਇਹਦੇ ਉੱਪਰ ਵਿਚਾਰ ਚਰਚਾ ਕੀਤੀ ਗਈ ਹੈ। ਔਰ ਇਸ ਕਵਿਤਾ ਦੇ ਵਿੱਚ ਵਿਦਿਆਰਥੀਓ, ਕਵੀ ਨੇ ਸ਼ਿਵ ਜਨਤਾ ਦਾ ਚਿੰਨ੍ਹ ਦਰਸਾਇਆ ਅਤੇ ਪਾਰੋ ਚੇਤਨਾ ਦਾ ਚਿੰਨ੍ਹ ਹੈ। ਇਹ ਦੋਨੇ ਹਿੰਦੂ ਧਰਮ ਦੇ ਪਾਤਰ ਹੈ, ਹਿੰਦੂ ਧਰਮ ਦੇ ਇੱਕ ਇਤਿਹਾਸਿਕ ਪਾਤਰ ਕਹੇ ਜਾ ਸਕਦੇ ਆ। ਚੇਤਨਾ ਜਨਤਾ ਨੂੰ ਖਬਰਦਾਰ ਕਰਦੀ ਹੈ ਕਿ ਤੇਰੀ ਜਿਹੜੀ ਪ੍ਰਾਪਰਟੀ ਹੈ, ਤੇਰੇ ਜਿਹੜੇ ਖੇਤ ਹੈ, ਤੇਰਾ ਜਿਹੜਾ ਦੇਸ਼ ਹੈ, ਉਹ ਕਿਸ ਢੰਗ ਦੇ ਨਾਲ ਗੁਲਾਮ ਹੋਣ ਵਾਲਾ ਹੈ। ਇਸ ਕਵਿਤਾ ਦਾ ਮਹੱਤਵ, ਜਦੋਂ ਇਹ ਕਵਿਤਾ ਲਿਖੀ ਗਈ ਸੀ ਆਜ਼ਾਦੀ ਦੇ ਸਮੇਂ ਤੋਂ ਪਹਿਲਾਂ, ਉਸ ਸਮੇਂ ਵੀ ਇਹਦਾ ਉਨਾ ਹੀ ਮਹੱਤਵ ਸੀ। ਤੇ ਵਰਤਮਾਨ ਯੁੱਗ ਦੇ ਵਿੱਚ ਜਦੋਂ ਵੱਖ-ਵੱਖ ਕਾਨੂੰਨਾਂ ਦੇ ਰਾਹੀਂ ਸਰਕਾਰ ਆਪਣੀਆਂ ਮਨਸ਼ਾ ਨੂੰ ਲੋਕਾਂ ਦੇ ਉੱਪਰ ਲਾਗੂ ਕਰਨਾ ਚਾਹੁੰਦੀ ਹੈ, ਉਸ ਸਮੇਂ ਵੀ ਇਹਦਾ ਮਹੱਤਵ ਉਨਾ ਹੀ ਬਣ ਜਾਂਦਾ। ਔਰ ਜਿਹੜੀ ਚੇਤਨਾ ਹੈਗੀ ਹੈ, ਉਹ ਜਨਤਾ ਨੂੰ ਬਾਰ-ਬਾਰ ਇੱਕ ਗੱਲ ਦਰਸਾਉਂਦੀ ਹੈ ਕਿ ਕਿਸ ਢੰਗ ਦੇ ਨਾਲ ਇਸ ਸਥਿਤੀ ਨੂੰ ਬਦਲਿਆ ਜਾ ਸਕਦਾ। ਆਮ ਜਨਤਾ ਜਿਹੜੀ ਉਹ ਆਤਮਾ ਸੰਬੰਧੀ ਅੰਧ ਵਿਸ਼ਵਾਸਾਂ ਵਿੱਚ ਫਸ ਕੇ ਆਪਣੇ ਰਾਹ ਤੋਂ ਭਟਕੀ ਹੋਈ ਹੈ। ਹੁਣ ਜਦੋਂ ਦੁਸ਼ਮਣ ਡਾਢਾ ਹੈ ਔਰ ਭਿਆਨਕ ਫੌਜੀ ਰੋਹ ਦੇ ਨਾਲ ਤੇਰੇ ਹੱਕਾਂ ਦੇ ਉੱਪਰ ਡਾਕਾ ਮਾਰ ਰਿਹਾ ਹੈ, ਤੇਰੇ ਜਿਹੜੇ ਕੁਦਰਤੀ ਸਾਧਨ ਹੈ ਉਹਨਾਂ ਦੇ ਉੱਪਰ ਤੂਫਾਨ ਦੀ ਤਰ੍ਹਾਂ ਕਬਜ਼ਾ ਕਰ ਰਿਹਾ ਹੈ, ਤੇ ਸਾਰਾ ਕੁਝ ਖਤਰੇ ਦੇ ਵਿੱਚ ਹੈ। ਇੱਕ ਕਲਿਆਣਕਾਰੀ ਸ਼ਕਤੀ ਰਾਹੀਂ ਸਾਰੀ ਸਥਿਤੀ ਤੋਂ ਖਬਰਦਾਰ ਹੋ ਜਾ ਅਤੇ ਤੂੰ ਇਸ ਦੇ ਖਿਲਾਫ ਉੱਠ ਕੇ ਸੰਘਰਸ਼ ਕਰ। ਇਸ ਸੰਘਰਸ਼ ਦੇ ਰਾਹੀਂ ਤੂੰ ਆਪਣੀ ਖੋਈ ਹੋਈ ਜਿਹੜੀ ਸੱਤਾ ਹੈਗੀ ਹੈ, ਜਾਂ ਖੋਏ ਹੋਏ ਜਿਹੜਾ ਮਾਣ ਸਨਮਾਨ, ਉਹਨੂੰ ਹਾਸਲ ਕਰ ਸਕਦਾ। ਚੇਤਨਾ ਜਦੋਂ ਜਨਤਾ ਨੂੰ ਇਸ ਢੰਗ ਦੇ ਨਾਲ ਝੰਜੋੜਦੀ ਹੈ, ਸ਼ਿਵ ਨੂੰ ਝੰਜੋੜਦੀ ਹੈ, ਤਾਂ ਜਨਤਾ ਦੀ ਤੀਸਰੀ ਅੱਖ ਖੁੱਲਦੀ ਹੈ, ਸ਼ਿਵ ਦੀ ਤੀਸਰੀ ਅੱਖ ਖੁੱਲਦੀ ਹੈ। ਜਾਗੀ ਹੋਈ ਚੇਤਨਾ ਫਿਰ ਆਪਣੇ ਹੱਕਾਂ ਲਈ ਸੰਘਰਸ਼ ਕਰਦੀ ਹੈ, ਔਰ ਉਸ ਸੰਘਰਸ਼ ਦੇ ਰਾਹੀਂ ਉਹ ਆਪਣੇ ਮੁਕਾਮ ਤੱਕ, ਆਪਣੇ ਮੰਜ਼ਿਲ ਤੱਕ ਪਹੁੰਚਦੀ ਹੈ। ਸੋ ਵਿਦਿਆਰਥੀਓ, ਕਵੀ ਜਨਤਾ ਨੂੰ ਤੀਸਰਾ ਨੇਤਰ ਖੋਲਣ ਦੀ ਗੱਲ ਕਰ ਰਿਹਾ ਹੈ, ਔਰ ਇਸ ਦੇ ਪਿੱਛੇ ਜੋ ਤੱਥ ਕੰਮ ਕਰ ਰਹੇ ਆ ਉਹਨਾਂ ਦੀ ਗੱਲ ਅੱਗੇ ਆਪਾਂ ਜਾ ਕੇ ਕਵਿਤਾ ਦੇ ਵਿੱਚ ਕਰ ਰਹੇ ਹਾਂ। ਕਵੀ ਕੀ ਕਹਿਣਾ ਚਾਹੁੰਦਾ? ਖੇਤ ਤੇਰੇ ਹੋਣ ਵਾਲੇ ਨੇ ਅਧੀਨ, ਦੇਸ਼ ਤੇਰਾ ਹੋਣ ਵਾਲਾ ਹੈ ਗੁਲਾਮ। ਕਵਿਤਾ ਦਾ ਨਾਮ ਆਪਾਂ ਪਹਿਲਾਂ ਵੀ ਕਿਹਾ ਸੀ, ਫਿਰ ਪਾਰੋ ਨੇ ਕਿਹਾ। ਪਾਰੋ ਤੋਂ ਭਾਵ ਪਾਰਵਤੀ। ਖੇਤ ਤੇਰੇ ਹੋਣ ਵਾਲੇ ਨੇ ਅਧੀਨ, ਦੇਸ਼ ਤੇਰਾ ਹੋਣ ਵਾਲਾ ਹੈ ਗੁਲਾਮ, ਜਾਗ ਜੀਵਨ ਦੀ ਕਲਾ ਦੇ ਇੰਤਕਾਮ। ਵਿਦਿਆਰਥੀਓ, ਇੱਥੇ ਇੰਤਕਾਮ ਸ਼ਬਦ ਦਾ ਜਿਹੜਾ ਸਿੱਧਾ ਅਰਥ ਬਦਲਾ, ਇਸ ਜਗ੍ਹਾ ਦੇ ਉੱਪਰ ਇਹਦਾ ਅਰਥ ਉਦੇਸ਼ ਨਾਲ ਵੀ ਸੰਬੰਧਿਤ ਹੈ। ਕਰ ਲਿਆ ਤੂੰ ਆਤਮਾ ਦੀ ਗੋਦ ਵਿੱਚ ਕਾਫੀ ਆਰਾਮ, ਖੂਨ ਦੀ ਹਰਕਤ ਚ ਕਿਧਰੇ ਬੈਠ ਨਾ ਜਾਏ ਆਰਾਮ। ਆਉਣ ਵਾਲੀ ਏ ਤੇਰੇ ਪਰਬਤਾਂ ਤੇ ਸ਼ਾਮ, ਦੁਸ਼ਮਣਾਂ ਦੇ ਝੰਡਿਆਂ ਦੀ, ਨੇਜਾਂ ਦੀ, ਫੌਜ ਦੀ ਆ ਰਹੀ ਇੱਕ ਗੁਲਾਮੀ,
ਦੀ ਭਿਆਨਕ ਕਾਲੀ ਰਾਤ, ਜਾਗ ਮੇਰੇ ਸੋਮਨਾਥ। ਹੁਣ ਸੋਮਨਾਥ ਸ਼ਿਵ ਨੂੰ ਕਿਹਾ ਗਿਆ, ਜੋ ਕਿ ਜਨਤਾ ਦੀ ਪ੍ਰਤੀਨਿਧਤਾ ਕਰ ਰਿਹਾ। ਸੋ ਇਸ ਕਵਿਤਾ ਦੇ ਵਿੱਚ ਕਵੀ ਕਹਿੰਦਾ ਹੈ, ਇੱਕ ਕ੍ਰਾਂਤੀਕਾਰੀ ਕਵਿਤਾ ਹੈ, ਇਸ ਵਿੱਚ ਕਵੀ ਨੇ ਸ਼ਿਵ ਅਤੇ ਪਾਰਵਤੀ ਦੇ ਸੰਬੰਧਾਂ ਰਾਹੀਂ, ਇੱਕ ਇਤਿਹਾਸਕ ਹਵਾਲੇ ਰਾਹੀਂ ਸ਼ਿਵ ਨੂੰ ਜਨਤਾ ਦਾ ਰੂਪ ਦੱਸਿਆ, ਜਨਤਾ ਦਾ ਚਿੰਨ੍ਹ ਬਣਾਇਆ, ਅਤੇ ਪਾਰਵਤੀ ਨੂੰ ਚੇਤਨਤਾ ਦਾ, ਜੋ ਸ਼ਿਵ ਤੋਂ ਭਾਵ ਇੱਥੇ ਜਨਤਾ ਤੋਂ, ਆਮ ਜਨਤਾ ਤੋਂ, ਉਸ ਨੂੰ ਢਹਿੰਦੀ ਕਲਾ ਵੱਲ ਲਿਜਾਣ ਵਾਲੀ ਨੀਂਦ ਤੋਂ ਜਗਾਉਂਦੀ ਹੈ। ਪਾਰਵਤੀ ਹੁਣ ਜਗਾ ਰਹੀ ਹੈ ਸ਼ਿਵ ਨੂੰ ਢਹਿੰਦੀ ਕਲਾ ਵੱਲ ਜਾਣ ਵਾਲੀ ਜਿਹੜੀ ਸ਼ਕਤੀਆਂ ਸੀਗੀਆਂ ਉਹਨੂੰ। ਇਹਨਾਂ ਕਾਵਲੈਨਾਂ ਦੇ ਵਿੱਚ ਹੁਣ ਕਵੀ ਉਸ ਚੀਜ਼ ਦੇ ਬਾਰੇ ਸੁਚੇਤ ਕਰ ਰਿਹਾ ਹੈ। ਫਿਰ ਕਹਿੰਦਾ ਵੀ ਪਾਰੋ ਕਹਿ ਰਹੀ ਹੈ, ਤੇਰੇ ਖੇਤ ਹੁਣ ਗੁਲਾਮ ਹੋਣ ਵਾਲੇ ਹੈ, ਤੇਰਾ ਦੇਸ਼ ਵੀ ਬਹੁਤਾ ਚਿਰ ਆਜ਼ਾਦ ਨਹੀਂ ਰਹੂਗਾ, ਇਹ ਵੀ ਗੁਲਾਮ ਹੋਣ ਵਾਲਾ ਹੈ। ਤੂੰ ਹੁਣ ਜਾਗ ਪੈ ਜਨਤਾ, ਜਾਗ ਜੀਵਨ ਦੀ ਕਲਾ ਦੇ ਇੰਤਕਾਮ ਤੇ, ਤੂੰ ਜਾਗ ਪਾ ਆਪਣੇ ਉਦੇਸ਼ ਲਈ, ਜਾਂ ਜਿਹੜੇ ਤੈਨੂੰ ਗੁਲਾਮ ਕਰਨਾ ਚਾਹੁੰਦੇ ਆ ਉਹਨਾਂ ਤੋਂ ਬਦਲਾ ਲੈਣ ਲਈ ਤੂੰ ਜਾਗ ਕਰ ਲਿਆ। ਤੂੰ ਆਤਮਾ ਦੀ ਗੋਦ ਵਿੱਚ ਕਾਫੀ ਆਰਾਮ, ਆਤਮਾ ਦੀ ਗੋਦ ਦੇ ਵਿੱਚ ਬਹੁਤ ਆਰਾਮ ਕਰ ਲਿਆ। ਤੂੰ ਧਾਰਮਿਕ ਰਹੁ ਰੀਤਾਂ ਦੇ ਵਿੱਚ, ਰਹੱਸਵਾਦ ਦੇ ਵਿੱਚ ਬੜਾ ਸਮਾਂ ਨਸ਼ਟ ਕਰ ਲਿਆ ਹੈ। ਤੂੰ ਧਰਮਾਂ ਦੇ ਪਿੱਛੇ ਲੱਗ ਕੇ ਆਪਣਾ ਬੜਾ ਜੀਵਨ ਵਿਅਰਥ ਗਵਾ ਲਿਆ ਹੈ। ਹੁਣ ਤੇਰੇ ਖੂਨ ਦੇ ਵਿੱਚ ਹਰਕਤ ਹੋਣੀ ਚਾਹੀਦੀ ਹੈ। ਖੂਨ ਦੀ ਹਰਕਤ 'ਚ ਕਿਧਰੇ ਬੈਠ ਨਾ ਜਾਏ ਆਰਾਮ, ਕਿਤੇ ਇਹ ਨਾ ਹੋਵੇ ਕਿ ਤੇਰੀ ਖੂਨ ਦੀ ਹਰਕਤ ਹੀ ਰੁਕ ਜਾਵੇ, ਤੇਰੀ ਜਿਹੜੀ ਖੂਨ ਦੇ ਵਿੱਚ ਗਰਮੀ ਆ ਉਹ ਖਤਮ ਹੋ ਜਾਵੇ। ਆਉਣ ਵਾਲੀ ਹੈ ਤੇਰੇ ਪਰਬਤਾਂ ਤੇ ਸ਼ਾਮ ਤੇ ਜਿਹੜਾ ਕੁਐਸਚਨ ਮਾਰਕ ਲੱਗ ਰਿਹਾ ਹੈ, ਉਹ ਇਹ ਹੈ ਕਿ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ, ਤੇਰੇ ਪਰਬਤ ਅਧੀਨ ਹੋਣ ਵਾਲੇ ਹੈ। ਤੇਰਾ ਹਿਮਾਲਿਆ ਪਰਬਤ, ਤੇਰੇ ਬਾਕੀ ਪਰਬਤ ਸਾਰੇ ਉਹਨਾਂ ਤੇ ਕਬਜ਼ਾ ਹੋਣ ਵਾਲਾ ਹੈ। ਦੁਸ਼ਮਣ ਦੇ ਝੰਡਿਆਂ ਦੀ, ਨੇਜਾਂ ਦੀ, ਫੌਜ ਦੀ ਆ ਰਹੀ ਹੈ ਇੱਕ ਗੁਲਾਮੀ ਦੀ ਭਿਆਨਕ ਕਾਲੀ ਰਾਤ, ਤੇ ਜਿਹੜਾ ਦੁਸ਼ਮਣ ਆ ਉਹ ਬੜਾ ਡਾਢਾ ਹੈ, ਉਹ ਤੇਰੇ ਕੁਦਰਤੀ ਸਾਧਨਾਂ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ। ਤੇ ਤੂੰ ਜਾਗ ਮੇਰੇ ਸੋਮਨਾਥ, ਮੇਰੇ ਸ਼ਿਵ, ਜਾਗ। ਤੇ ਵਿਦਿਆਰਥੀਓ, ਹੁਣ ਆਪਾਂ ਨੂੰ ਪਤਾ ਹੀ ਹੈ, ਬਾਰ-ਬਾਰ ਗੱਲ ਕੀਤੀ ਹੈ ਆਪਾਂ ਕਿ ਪਾਰਵਤੀ ਜੋ ਚੇਤਨਾ ਦਾ ਚਿੰਨ੍ਹ ਹੈ, ਦੂਸਰੇ ਪਾਸੇ ਸੋਮਨਾਥ ਤੋਂ ਭਾਵ ਸ਼ਿਵ ਜੀ ਜੋ ਜਨਤਾ ਦਾ ਚਿੰਨ੍ਹ ਹੈ। ਹਿੰਦੂ ਇਤਿਹਾਸ ਅਨੁਸਾਰ ਸ਼ਿਵ ਇੱਕ ਕਲਿਆਣਕਾਰੀ ਸ਼ਕਤੀ ਹੈ, ਜਿਸ ਨੂੰ ਪਾਰਵਤੀ ਲੋੜ ਪੈਣ ਤੇ ਚੇਤੰਨ ਕਰਦੀ ਹੈ। ਹੁਣ ਇੱਥੇ ਚੇਤੰਨ ਕੀਤਾ ਗਿਆ, ਚਿੰਨ੍ਹ ਉਹ ਲੈ ਲੈ ਇਤਿਹਾਸ ਵਾਲੇ, ਤੇ ਵਰਤਮਾਨ ਯੁੱਗ ਦੇ ਵਿੱਚ ਜਿਉਂ ਰਹੇ ਮਨੁੱਖ ਨੂੰ ਸੁਚੇਤ ਕਰਨ ਦੀ ਗੱਲ ਕਵੀ ਕਰ ਰਿਹਾ ਹੈ। ਹੋ ਰਿਹਾ ਸਾਗਰ ਤੇ ਕਬਜ਼ਾ ਲਾਲਚੀ ਤੂਫਾਨ ਦਾ, ਕੌਮ ਨੂੰ ਖਤਰਾ ਹੈ ਆਪਣੀ ਜਾਨ ਦਾ। ਹੁਣ ਦੇਖੋ ਉਹੀ ਗੱਲ ਫਿਰ ਅੱਗੇ ਵਧਾ ਰਿਹਾ ਕਿ ਜਿਹੜੇ ਤੇਰੇ ਪਰਬਤਾਂ ਤੇ ਉੱਥੇ ਵੀ ਕਬਜ਼ਾ ਹੋਣ ਵਾਲਾ ਹੈ, ਤੇਰੇ ਸਾਗਰਾਂ ਤੇ ਵੀ ਕਬਜ਼ਾ ਹੋਣ ਵਾਲਾ ਹੈ, ਤੇ ਤੂੰ ਸੋਮਨਾਥ ਸ਼ਿਵ ਜੀ ਇੱਕ ਸਮਾਧੀ ਦੇ ਵਿੱਚ ਲੀਨ ਹੈ। ਇਹ ਜਨਤਾ, ਤੁਸੀਂ ਬੇਖਬਰ ਹੋ, ਆਪਣੇ ਹੀ ਲੜਾਈਆਂ ਝਗੜਿਆਂ ਦੇ ਵਿੱਚ ਉਲਝੇ ਹੋਏ ਹੋ। ਦੂਸਰੇ ਪਾਸੇ ਤੁਹਾਡੇ ਕੁਦਰਤੀ ਸੋਮਿਆਂ ਦੇ ਉੱਪਰ ਇੱਕ ਸ਼ਕਤੀ ਕਬਜ਼ਾ ਕਰਨਾ ਚਾਹੁੰਦੀ ਹੈ। ਕੌਮ ਨੂੰ ਖਤਰਾ ਹੈ ਆਪਣੀ ਜਾਨ ਦਾ, ਚਮਕ ਉੱਠ ਹੇ ਰੌਸ਼ਨੀ ਕਲਿਆਣ ਦੀ, ਜੋਸ਼ ਖਾ ਹੇ ਜ਼ਿੰਦਗਾਨੀ ਦੇ ਲਹੂ, ਜਾਗ ਰੂਹ। ਉਹੀ ਕਲਿਆਣਕਾਰੀ ਸ਼ਕਤੀ ਸ਼ਿਵ ਜੀ, ਤੂੰ ਜਾਗ, ਲੋਕਾਂ ਨੂੰ ਸੁਚੇਤ ਕਰ ਅਤੇ ਲੋਕਾਂ ਨੂੰ ਇਕਮੁੱਠ ਕਰਕੇ ਇਸ ਕਾਬਜ਼ ਸ਼ਕਤੀ ਦੇ ਖਿਲਾਫ ਉਹਨਾਂ ਨੂੰ ਇਕਮੁੱਠ ਕਰਕੇ ਲੜਨਾ ਸਿਖਾ, ਤਾਂ ਕਿ ਤੇਰੇ ਸਾਗਰ ਵੀ ਬਚੇ ਰਹਿਣ, ਤਾਂ ਕਿ ਤੇਰੇ ਪਹਾੜ ਵੀ ਬਚੇ ਰਹਿਣ, ਤਾਂ ਕਿ ਤੇਰੀ ਜ਼ਮੀਨ ਵੀ ਬਚੀ ਰਹੇ, ਤੇ ਤੇਰੇ ਜਿਹੜਾ ਸੰਘਰਸ਼ ਕਰਨ ਦਾ ਮਾਦਾ ਹੈ ਉਹ ਕਾਇਮ ਰਹਿਣਾ ਚਾਹੀਦਾ ਹੈ, ਤਾਂ ਹੀ ਤੂੰ ਅੱਗੇ ਵੱਧ ਸਕਦਾ ਹੈ। ਮੈਦਾਨ ਦੀ ਬਹਾਰ ਆਪਣੀ ਬਹਾਰ, ਜੋਸ਼ ਖਾਹੇ ਜ਼ਿੰਦਗਾਨੀ ਦੇ ਲਹੂ, ਜਾਗ ਰੂਹ, ਤੇਰੇ ਜਾਗਣ ਤੇ ਹੈ ਗੰਗਾ ਨੂੰ ਖੁਸ਼ੀ। ਗੰਗਾ
ਜੀਵਨ ਦੇਣ ਵਾਲਾ ਇੱਕ ਦਰਿਆ ਜਿਹੜਾ ਕਿ ਯੂਪੀ ਦੇ ਵਿੱਚ ਵਗਦਾ। ਵੈਸੇ ਇਹ ਸਾਡੇ ਹਿੰਦੂ ਧਰਮ ਦੇ ਵਿੱਚ ਬੜਾ ਪਵਿੱਤਰ ਦਰਿਆ, ਬੜੀ ਪਵਿੱਤਰ ਨਦੀ ਹੈ ਮੈਦਾਨਾਂ ਦੀ ਬਹਾਰ ਆਪਣੀ ਬਹਾਰ, ਜਾਗ ਹੈ ਸਵੰਤ ਯੋਧੇ ਜੋਤਕਾਰ। ਸਵੰਤ ਯੋਧਾ ਤੋਂ ਭਾਵ ਸੂਰਵੀਰ, ਸਵੰਤ ਤੋਂ ਭਾਵ ਸੂਰਵੀਰ, ਜੋਤਕਾਰ ਖੇਤੀ ਕਰਨ ਵਾਲਾ ਕਿਸਾਨ। ਤੇ ਤੁਸੀਂ ਜਾਗੋ, ਜਾਗ ਕੇ ਹੀ ਤੁਸੀਂ ਇਸ ਅਦਿੱਖ ਸ਼ਕਤੀ ਨੂੰ ਕਾਬੂ ਕਰ ਸਕਦੇ ਹੋ ਜਿਹੜੀ ਤੇਰੇ ਕੁਦਰਤੀ ਸਾਧਨਾਂ ਦੇ ਉੱਪਰ ਕਬਜ਼ਾ ਕਰਨ ਦੇ ਤਾਕ ਦੇ ਵਿੱਚ ਬੈਠੀ ਹੈ। ਤੇਰੇ ਜਾਗਣ ਦੇ ਨਾਲ ਦੇਸ਼ ਦੇ ਮੈਦਾਨਾਂ ਵਿੱਚ ਆਉਣ ਵਾਲੀ ਬਹਾਰ, ਲੋਕਾਂ ਦੀ ਆਪਣੀ ਬਹਾਰ, ਉਹ ਕਾਇਮ ਰਹੂਗੀ। ਰੌਸ਼ਨੀ ਕਰਨ ਵਾਲੇ ਸਵੰਤ ਯੋਧੇ, ਤੂੰ ਜਾਗ ਪੈ। ਤੇਰੇ ਜਾਗਣ ਨਾਲ ਹੀ ਇਹ ਦੁਨੀਆ ਬਚ ਸਕਦੀ ਹੈ, ਇਹ ਦੇਸ਼ ਬਚ ਸਕਦਾ ਹੈ। ਇਹ ਤੇਰੀ ਭਗਤੀ ਹੈ ਕੀ? ਹੁਣ ਕੁਐਸਚਨ ਮਾਰਕ ਹੈ ਵੀ ਇਹ ਜਿਹੜੀ ਤੂੰ ਭਗਤੀ ਕਰ ਰਿਹਾ ਹੈ, ਧਾਰਮਿਕ ਕਰਮਾਂ ਕਾਂਡਾਂ ਦੇ ਵਿੱਚ ਪਿਆ ਹੋਇਆ ਹੈ, ਇਹ ਕਿਸ ਦੇ ਲਈ ਹੈ? ਕਿਸ ਪਰਪਸ ਨੂੰ ਤੂੰ, ਕਿਸ ਉਦੇਸ਼ ਨੂੰ ਤੂੰ ਹਾਸਲ ਕਰਨਾ ਚਾਹੁੰਦਾ ਹੈ? ਇਹ ਤਪੱਸਿਆ ਕਿਸ ਦੀ ਮੁਕਤੀ ਦੇ ਲਈ, ਕਿਹਦੀ ਮੁਕਤੀ ਦੇ ਲਈ ਤੂੰ ਇਹ ਤਪੱਸਿਆ ਕਰ ਰਿਹਾ ਹੈ? ਤੜਪਦੇ ਨੇ ਦਿਲ ਤੇਰੀ ਆਵਾਜ਼ ਨੂੰ, ਖੋਲਦੇ ਉੱਠ ਮੁਕਤਿਆਂ ਦੇ ਰਾਜ਼ ਨੂੰ। ਤੇਰੇ ਵੱਲ ਜਨਤਾ ਹੁਣ ਝਾਕ ਰਹੀ ਹੈ। ਤੂੰ ਇਸ ਭਗਤੀ ਤੋਂ, ਤੂੰ ਇਸ ਸਮਾਧੀ ਤੋਂ ਬਾਹਰ ਆ। ਇਹ ਤਪੱਸਿਆ ਕਿਸ ਲਈ ਕਰ ਰਿਹਾ ਤੂੰ? ਤੈਨੂੰ ਦੁਨੀਆ ਦੇਖ ਰਹੀ ਹੈ। ਖੋਲਦੇ ਉੱਠ ਮੁਕਤਿਆਂ ਦੇ ਰਾਜ ਨੂੰ। ਖੁਦ ਪ੍ਰਸਤੀ ਇਹ ਕੋਈ ਭਗਤੀ ਨਹੀਂ। ਇਹ ਜਿਹੜੀ ਭਗਤੀ ਹੈ ਇਹ ਕੋਈ ਭਗਤੀ ਨਹੀਂ ਮੈਂ ਕਹਿੰਦੀ, ਇਹ ਤਾਂ ਖੁਦਗਰਜੀ ਹੈ। ਖੁਦ ਪ੍ਰਸਤੀ ਹੁੰਦਾ ਖੁਦਗਰਜੀ ਹੈ, ਆਪਣੇ ਆਪ ਲਈ ਕਰ ਰਿਹਾ ਤੂੰ। ਇਸ ਦੀ ਕੁਝ ਸ਼ਕਤੀ ਨਹੀਂ। ਤੇਰੀਆਂ ਕੰਨਾਂ ਦਾ ਸੋਨਾ ਢਾਲ ਕੇ, ਤੇਰੇ ਜਿਹੜੀਆਂ ਖਾਣਾ ਹੈਗੀਆਂ ਜਾਂ ਜਿਹੜੀਆਂ ਤੇਰੇ ਸਾਧਨ ਹੈਗੇ ਆ, ਉਹਨਾਂ ਦੇ ਵਿੱਚੋਂ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਉਹ ਕੱਢ ਕੇ ਉਹਨਾਂ ਦੇ ਮਾਲਕ ਉਹ ਲੋਕ ਬਣ ਰਹੇ ਆ। ਇਹ ਅਸਲ ਦੇ ਵਿੱਚ ਜਿਹੜੇ ਬਗਾਨੇ ਲੋਕ ਹੈ ਜਾਂ ਜਿਹੜੇ ਅਮੀਰ ਲੋਕ ਹੈ, ਉਹ ਤੇਰੇ ਸਾਧਨਾਂ ਤੇ ਕਾਬਜ ਹੋਣਾ ਚਾਹੁੰਦੇ ਤੇ ਸਧਾਰਨ ਲੋਕਾਂ ਨੂੰ ਉਹ ਗੁਲਾਮ ਬਣਾਉਣਾ ਚਾਹੁੰਦੇ ਆ। ਗੈਰ ਪੀਵਣਗੇ ਸ਼ਰਾਬ, ਗੈਰ ਹੁੰਦਾ ਬਗਾਨੇ। ਤੇਰਿਆਂ ਸਿੱਪਾਂ ਦੇ ਮੋਤੀ ਪੈਣਗੇ ਦੁਸ਼ਮਣ ਦੇ ਗਲ। ਤੇ ਜਿਹੜੀ ਤੇਰੀ ਸਾਧਨ ਹੈਗੇ ਆ, ਉਹ ਦੁਸ਼ਮਣ ਖੁਦ ਆਪਣੇ ਲਈ ਉਹਦੇ ਵੱਖ-ਵੱਖ ਤਰ੍ਹਾਂ ਦੇ ਗਹਿਣੇ ਬਣਾ ਕੇ ਆਪਣੇ ਗਲਾਂ ਦੇ ਵਿੱਚ ਪਾਊ। ਤਾਜ਼ਾ ਮਿਹਨਤ ਦਾ ਲਹੂ ਪੀ ਲਿਆ ਜਾਵੇਗਾ ਪਾਣੀ ਸਮਝ ਕੇ। ਜਾਣ ਇਸ ਵੇਲੇ ਤੇਰੀ ਭਗਤੀ ਹੈ ਕੀ? ਹੁਣ ਤੈਨੂੰ ਜਾਣਨਾ ਚਾਹੀਦਾ ਕਿ ਤੇਰੀ ਭਗਤੀ ਕਿਸ ਲਈ ਹੈ, ਕਿਸ ਲਈ ਤੂੰ ਇਹ ਭਗਤੀ ਕਰ ਰਿਹਾ ਹੈ। ਕਿਉਂਕਿ ਜਿਨ੍ਹਾਂ ਲੋਕਾਂ ਦੇ ਲਈ ਤੂੰ ਇਹ ਭਗਤੀ ਕਰ ਰਿਹਾ ਹੈ, ਉਹ ਤਾਂ ਗੁਲਾਮ ਹੋਣ ਵਾਲੇ ਹੈ ਨਾ। ਜਾਗਰਤ, ਸੁਚੇਤ ਹੋਣਾ, ਜਾਗਰਤ ਹੋਣਾ। ਜਾਂ ਬਰਫ਼ ਦੀ ਬਾਰਾਂਦਰੀ, ਬਰਫ਼ ਦੀ ਬਾਰਾਂਦਰੀ ਹੁੰਦਾ ਹੈਗਾ ਵੀ ਜਿਹੜੀ ਇਹ ਪਹਾੜਾਂ ਦੇ ਉੱਪਰ ਪਈ ਹੋਈ ਬਰਫ਼ ਹੈ, ਉਹਦੀ ਗੱਲ ਨਰਕ ਹੋ ਜਾਏਗਾ ਇਹ ਤੇਰਾ ਵਹਿਸ਼ਤ। ਵਹਿਸ਼ਤ ਹੁੰਦਾ ਸਵਰਗ। ਔਰ ਤੇਰਾ ਜਿਹੜਾ ਇਹ ਬਗਾਨੇ ਲੋਕ ਤੇਰੀਆਂ ਕੁਦਰਤੀ ਸਾਧਨਾਂ ਦੇ ਉੱਪਰ ਕਬਜ਼ਾ ਕਰਕੇ ਤੇਰੀ ਵਹਿਸ਼ਤ ਨੂੰ, ਤੇਰੇ ਸਵਰਗ ਨੂੰ ਤਬਾਹ ਕਰ ਦੇਣਗੇ, ਨਰਕ ਬਣਾ ਦੇਣਗੇ। ਗਾਇਬ ਹੋ ਜਾਏਗੀ ਖੰਭਾਂ ਚੋਂ ਉਡਾਰ। ਗਾਇਬ ਹੁੰਦਾ ਅਲੋਪ ਹੋ ਜਾਣਾ, ਗਾਇਬ ਹੋ ਜਾਏਗੀ, ਅਲੋਪ ਹੋ ਜਾਏਗੀ ਖੰਭਾਂ ਚੋਂ ਉਡਾਰ। ਮੌਤ ਹੋ ਜਾਏਗੀ ਤੇਰੀ ਜੀਭ ਦੀ, ਬਰਫ਼ ਹੋ ਜਾਵਣਗੇ ਸਭ ਤੇਰੇ ਖਿਆਲ। ਗਰਕ ਹੋ ਜਾਵੇਗੀ ਹਿਮਾਲਾ ਦੀ ਬੁਲੰਦੀ, ਐਬ ਵਿੱਚ ਸਬਜ਼ਿਆਂ ਦਾ ਜਰਦ ਹੋ ਜਾਵੇਗਾ ਰੰਗ। ਆਦਮੀ ਦਾ ਜੀਣਾ ਹੋਵੇਗਾ ਮੁਹਾਲ। ਜੇਕਰ ਤੂੰ ਹਜੇ ਵੀ ਨਾ ਜਾਗਿਆ ਤਾਂ ਤੇ ਬਹੁਤ ਵੱਡਾ ਇੱਕ ਪ੍ਰਸ਼ਨ ਮਾਰਕ ਲੱਗ ਜੂਗਾ। ਐਬ ਹੁੰਦਾ ਵਿਦਿਆਰਥੀਓ ਕੋ ਕਰਮ, ਗਲਤ ਕਿਸੇ ਜੀਵਨ ਦੇ ਵਿੱਚ ਗਲਤ ਗੱਲਾਂ ਦਾ ਆ ਜਾਣਾ, ਐਬ ਆ ਜਾਣੇ। ਸਬਜ਼ਿਆਂ ਹੁੰਦਾ ਹੈਗਾ ਹਰਿਆਵਲ, ਜਰਦ ਹੁੰਦਾ ਹੈਗਾ ਉਸ ਹਰਿਆਵਲ ਦਾ ਪੀਲਾਪਨ। ਆਦਮੀ ਦਾ ਜੀਣਾ ਹੋ ਜਾਵੇਗਾ ਮੁਹਾਲ। ਮੁਹਾਲ ਹੁੰਦਾ ਔਖਾ, ਮੁਸ਼ਕਲ। ਸੋ ਜੇਕਰ ਤੂੰ ਅਜੇ ਵੀ ਨਾ ਜਾਗਿਆ ਤਾਂ ਤੇਰੇ ਸਾਧਨ ਤਾਂ ਗੁਲਾਮ ਹੋ ਹੀ ਜਾਣਗੇ। ਜਿਹੜੀ ਤੇਰੀ ਸੱਤਾ ਹੈਗੀ ਆ ਉਹ ਵੀ ਤੇਰੇ ਕੋਲ ਚਲੀ ਜਾਏਗੀ। ਔਰ ਤੇਰਾ ਜਿਹੜਾ
ਸਵਰਗ ਹੈ ਉਹ ਨਰਕ ਦੇ ਵਿੱਚ ਤਬਦੀਲ ਹੋ ਜਾਏਗਾ। ਤੇ ਜੋ ਦਿਖ ਰਿਹਾ ਤੇਰੇ ਸਾਹਮਣੇ, ਇਹ ਸਾਰਾ ਕੁਛ ਤੈਥੋਂ ਖੋਹ ਲਿਆ ਜਾਏਗਾ ਤੇ ਇੱਥੇ ਇਨਸਾਨ ਦਾ ਜਿਉਣਾ ਵੀ ਮੁਹਾਲ ਹੋ ਜਾਊਗਾ, ਔਖਾ ਹੋ ਜਾਊਗਾ। ਖੇਤ ਤੇਰੇ ਹੋਣ ਵਾਲੇ ਨੇ ਅਧੀਨ, ਜਿਹੜਾ ਖੇਤਾਂ ਦਾ ਤੂੰ ਰਾਜਾ ਬਣਿਆ ਬੈਠਾ ਹੈ, ਜਿਹੜੀਆਂ ਜ਼ਮੀਨਾਂ ਦਾ ਤੂੰ ਰਾਜਾ ਬਣਿਆ ਬੈਠਾ ਹੈ, ਇਹ ਵੀ ਬਹੁਤ ਜਲਦੀ ਤੈਥੋਂ ਖੋਹ ਲਈਆਂ ਜਾਣਗੀਆਂ, ਆਪਣੇ ਅਧੀਨ ਕਰ ਲਈਆਂ ਜਾਣਗੀਆਂ। ਦੇਸ਼ ਤੇਰਾ ਹੋਣ ਵਾਲਾ ਹੈ ਗੁਲਾਮ, ਤੇ ਤੇਰਾ ਦੇਸ਼ ਵੀ ਗੁਲਾਮ ਹੋ ਜਾਵੇਗਾ ਜਲਦੀ, ਕਿਉਂਕਿ ਜਦੋਂ ਜਨਤਾ ਗੁਲਾਮ ਹੋਗੀ ਤਾਂ ਆਟੋਮੈਟਿਕ ਹੀ ਹੈ ਦੇਸ਼ ਵੀ ਗੁਲਾਮ ਹੋ ਜਾਏਗਾ, ਕੁਝ ਹੱਥਾਂ ਦੇ ਵਿੱਚ ਚਲਿਆ ਜਾਏਗਾ। ਜਾਗ ਜੀਵਨ ਦੀ ਕਲਾ ਦੇ ਇੰਤਕਾਮ, ਇੰਤਕਾਮ ਸ਼ਬਦ ਪਹਿਲਾਂ ਵੀ ਹੈ। ਤੂੰ ਜਾਗ ਤੇ ਜਾਗ ਕੇ ਇੱਕ ਸੁਚੇਤ ਰੂਪ ਦੇ ਵਿੱਚ ਲੋਕਾਂ ਦੀ ਗੱਲ ਕਰ। ਹੋ ਗਿਆ ਨੱਚਦੀ ਸੱਚਾਈ ਦਾ ਅਸਰ, ਅੱਖ ਨੱਟ ਨਾਇਕ ਦੀ ਖੁੱਲੀ ਤੀਸਰੀ। ਤੇ ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ, ਇਸ ਤਰ੍ਹਾਂ ਦੀ ਗੱਲ ਹੋਈ, ਤਾਂ ਤੀਸਰੀ ਅੱਖ ਖੁੱਲਦੀ ਹੈ। ਨਟ ਨਾਇਕ ਇੱਥੇ ਸ਼ਿਵ ਜੀ ਨੂੰ ਕਿਹਾ ਗਿਆ ਹੈ। ਨਟ ਨਾਇਕ ਸ਼ਿਵ ਜੀ ਦੀ ਤੀਸਰੀ ਅੱਖ ਖੁੱਲਦੀ ਹੈ। ਜੋ ਤੀਸਰੀ ਅੱਖ ਖੁੱਲਦੀ ਹੈ ਉਹ ਅੱਖ ਕਿਹੜੀ ਹੈ? ਤੀਸਰੀ ਮੱਥੇ ਦੀ ਅੱਖ, ਸੂਰਜ ਦੀ ਜੋਤੀ ਦੇ ਨੈਣ, ਜਾਗ ਉੱਠੀ ਬੁੱਧ ਮਾਨਵਤਾ ਦੀ ਰੂਹ। ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਪਾਰਵਤੀ ਦੀਆਂ ਸ਼ਿਵ ਜੀ ਜਾਗ ਪੈਂਦੇ ਨੇ। ਉਹਨਾਂ ਦੀ ਤੀਸਰਾ ਨੇਤਰ ਖੁੱਲਦਾ ਹੈ। ਤੀਸਰਾ ਨੇਤਰ ਮੱਥੇ ਵਾਲਾ ਨੇਤਰ, ਸ਼ਿਵ ਜੀ ਦਾ ਤੀਸਰਾ ਨੇਤਰ ਜਿਹੜਾ ਸੂਰਜ ਦਾ ਚਿੰਨ੍ਹ ਵੀ ਹੈ। ਸੋ ਵਿਦਿਆਰਥੀਓ, ਇਸ ਦੇ ਨਾਲ ਕੀ ਹੈ, ਇੱਕ ਚੇਤਨਤਾ ਜਾਗਦੀ ਹੈ ਲੋਕਾਂ ਦੇ ਵਿੱਚ। ਲੋਕਾਂ ਨੂੰ ਪਤਾ ਲੱਗਦਾ ਹੈ ਸੱਚ ਕੀ ਹੈ ਔਰ ਕਿਸ ਢੰਗ ਦੇ ਨਾਲ ਸਾਨੂੰ ਧਾਰਮਿਕ ਕੰਮਾਂ ਦੇ ਵਿੱਚ ਫਸਾ ਕੇ, ਅਧਿਆਤਮਿਕ ਕੰਮਾਂ ਦੇ ਵਿੱਚ ਫਸਾ ਕੇ ਸਾਡੀਆਂ ਜਿਹੜੀਆਂ ਸਾਧਨਾ ਉਹਨਾਂ ਦੇ ਉੱਪਰ ਕਬਜ਼ ਹੋਣੀ ਚਾਹੁੰਦੀ ਹੈ ਤੀਸਰੀ ਧਿਰ, ਉਸ ਦੇ ਖਿਲਾਫ ਲੋਕ ਇਕਮੁੱਠ ਹੁੰਦੇ ਹੈ ਤੇ ਲੋਕਾਂ ਨੂੰ ਤੀਸਰਾ ਨੇਤਰ ਖੋਲ ਕੇ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਕਿਸ ਢੰਗ ਦੇ ਨਾਲ ਸਾਡੇ ਸਾਧਨਾ ਦੇ ਉੱਪਰ ਕਬਜ਼ ਹੋਇਆ ਜਾ ਰਿਹਾ ਹੈ। ਇਸ ਦੇ ਨਾਲ ਲੋਕ ਜਾਗ ਪੈਂਦੇ ਹੈ ਸੱਤਾ ਦੇ ਖਿਲਾਫ। ਅੱਖ ਜਦ ਖੁੱਲ ਜਾਏ ਇਹ, ਜਦੋਂ ਫਿਰ ਇਹ ਇਸ ਤਰ੍ਹਾਂ ਦੀ ਅੱਖ ਖੁੱਲਦੀ ਹੈ, ਲੋਕਾਂ ਦੇ ਵਿੱਚ ਚੇਤਨਾ ਜਾਗਦੀ ਹੈ, ਦੇਖਦੀ ਹੈ ਹਰ ਲੁਕੇ ਜੀਵਨ ਦੀ ਕਾਰ, ਤੇ ਫਿਰ ਉਸ ਨੂੰ ਪਤਾ ਲੱਗਦਾ ਕਿੱਥੇ ਕਿੱਥੇ ਸਾਨੂੰ ਮੌਕੇ ਦੇ ਜਿਹੜੇ ਸਰਕਾਰਾਂ ਹੁੰਦੀਆਂ, ਮੌਕੇ ਦੀ ਜਿਹੜੀ ਸੱਤਾ ਹੁੰਦੀ ਹੈ, ਕਿਸ ਢੰਗ ਦੇ ਨਾਲ ਸਾਨੂੰ ਗੁਲਾਮ ਰੱਖਣ ਦੀ ਤਾਕ ਦੇ ਵਿੱਚ ਹੁੰਦੀ ਹੈ। ਚਿਹਰਿਆਂ ਤੋਂ ਸਭ ਦਾ ਪੜ ਸਕਦੀ ਏ ਦਿਲ, ਇਸ ਨੂੰ ਹੈ ਮਾਲੂਮ ਹੋਣੀ ਦਾ ਜਵਾਬ। ਅੱਜ ਜਦ ਹੈਵਾਨ ਦੀ ਖੁੱਲ ਜਾਏ ਇਹ, ਅੱਖ ਜਦ ਹੈਵਾਨ ਦੀ ਖੁੱਲ ਜਾਏ ਇਹ। ਵਿਦਿਆਰਥੀਓ, ਇੱਥੇ ਹੈਵਾਨ ਸ਼ਬਦ ਆਇਆ। ਹੈਵਾਨ ਸ਼ਬਦ ਦਾ ਭਾਵ ਪਸ਼ੂ ਤੋਂ ਹੈ। ਹੁਣ ਜਦੋਂ ਕਹਿੰਦਾ ਵੀ ਇਹ ਅੱਖ ਖੁੱਲਦੀ ਹੈ, ਲੋਕਾਂ ਦੇ ਵਿੱਚ ਚੇਤਨਤਾ ਹੁੰਦੀ ਹੈ, ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਢੰਗ ਦੇ ਨਾਲ ਸਾਨੂੰ ਲੁੱਟਿਆ ਜਾ ਰਿਹਾ, ਕਿਸ ਢੰਗ ਦੇ ਨਾਲ ਸਾਡੇ ਸਾਧਨਾਂ ਦੇ ਉੱਪਰ ਕਬਜ਼ਾ ਹੋ ਰਿਹਾ, ਕਿਸ ਢੰਗ ਦੇ ਨਾਲ ਸਾਡੀ ਕਮਾਈ ਦਾ ਹਿੱਸਾ ਸਿੱਧੇ ਰੂਪ ਦੇ ਵਿੱਚ ਕੁਝ ਤਾਕਤਾਂ ਦੇ ਹੱਥ ਦੇ ਵਿੱਚ ਚਲਿਆ ਜਾ ਰਿਹਾ ਹੈ, ਤਾਂ ਉਹ ਉਹਨਾਂ ਤਾਕਤਾਂ ਦੇ ਖਿਲਾਫ ਲਾਮਬੰਦ ਹੁੰਦੇ ਹੈ। ਤੇ ਫਿਰ ਹੈਵਾਨ ਦੀ ਵੀ ਅੱਖ ਖੁੱਲ ਜਾਂਦੀ ਹੈ, ਉਹ ਵੀ ਬਣ ਜਾਂਦਾ ਹੈ ਕਾਮਲ ਆਦਮੀ, ਤੇ ਉਹਦੀ ਸੋਚ ਵੀ ਆਦਮੀ ਦੀ ਤਰ੍ਹਾਂ ਕੰਮ ਕਰਦੀ ਹੈ। ਆਦਮੀ ਬਣਦਾ ਹੈ ਇਸ ਤੋਂ ਦੇਵਤਾ, ਤੇ ਫਿਰ ਆਦਮੀ ਦੇਵਤੇ ਦੇ ਰੂਪ ਦੇ ਵਿੱਚ ਕਨਵਰਟ ਹੋ ਜਾਂਦਾ। ਹਰ ਨਦੀ ਸਾਗਰ ਬਣੇ, ਖੰਭ ਲਾ ਕੇ ਉੱਡ ਸਕਦਾ ਹੈ ਪਹਾੜ। ਹਾਥੀਆਂ ਦੀ ਸੁਸਤ ਚਾਲ, ਬਾਜ ਦੀ ਬਣ ਜਾਏ ਅੰਬਰ ਸ਼ੋ ਉਡਾਰ। ਤੇ ਜਦੋਂ ਲੋਕਾਂ ਦੇ ਵਿੱਚ ਚੇਤਨਤਾ ਜਾਗਦੀ ਹੈ ਨਾ, ਫਿਰ ਹੈਵਾਨ ਵੀ ਮਨੁੱਖ ਦੀ ਤਰ੍ਹਾਂ ਸੋਚਦਾ ਹੈ, ਫਿਰ ਸਧਾਰਨ ਆਦਮੀ ਵੀ ਦੇਵਤਿਆਂ ਦੀ ਤਰ੍ਹਾਂ ਕੰਮ ਕਰਦਾ ਹੈ, ਫਿਰ ਹਰ ਨਦੀ ਸਾਗਰ ਬਣ ਜਾਂਦੀ ਹੈ, ਫਿਰ ਪਹਾੜ ਵੀ ਖੰਭ ਲਾ ਕੇ ਉੱਡਣਾ ਸ਼ੁਰੂ ਹੋ ਜਾਂਦੇ ਹੈ, ਹਾਥੀਆਂ ਦੀ ਸੁਸਤ ਚਾਲ ਵੀ ਬਾਜਾਂ ਦੀ ਤਰ੍ਹਾਂ ਤੇਜ਼ ਹੋ ਜਾਂਦੀ ਹੈ। ਅੱਖ ਇਹ ਖੁੱਲੇ ਜਵਾਨਾਂ ਦੀ ਜਦੋਂ ਪਸਤੀਆਂ ਦੇ ਫਰਸ਼ ਤੇ ਆਏ ਭੁਚਾਲ। ਤੇ ਜਦੋਂ ਨੌਜਵਾਨਾਂ ਦੀ ਇਹ ਅੱਖ ਖੁੱਲ ਜਾਂਦੀ ਹੈ ਤਾਂ ਫਿਰ ਜਿਹੜੇ ਫਰਸ਼ ਹੈ ਉਹਨਾਂ ਦੇ ਵਿੱਚ ਵੀ ਕਮਾਲ ਦਾ ਭੁਚਾਲ ਆ ਜਾਂਦਾ ਹੈ, ਜ਼ਮੀਨ ਦੇ ਵਿੱਚ ਵੀ ਕਮਾਲ ਦਾ ਭੁਚਾਲ ਆ ਜਾਂਦਾ ਹੈ। ਸੋ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚ ਲੇਖਕ ਕਵੀ
ਥਾਂ ਥਾਂ ਦੇ ਉੱਪਰ ਇਸ ਚੀਜ਼ ਦੀ, ਇਸ ਸਮੱਸਿਆ ਨੂੰ ਕਾਬੂ ਕਰਨ ਦੇ ਲਈ ਲੋਕਾਂ ਨੂੰ ਸੁਚੇਤ ਕਰ ਰਿਹਾ ਕਿ ਜਦੋਂ ਇਹ ਚੀਜ਼ਾਂ ਸਾਰੀਆਂ ਵਾਪਰਦੀਆਂ ਤਾਂ ਫਿਰ ਕਿਸ ਢੰਗ ਦੇ ਨਾਲ ਲੋਕ ਸੁਚੇਤ ਹੋ ਕੇ ਉਹਨਾਂ ਦੇ ਖਿਲਾਫ ਲੜਦੇ ਹੈ। ਜਿਸਮ ਦੇ ਜਵਾਲਾਮੁਖੀ ਚੋਂ ਖੂਨ ਦਾ ਲਾਵਾ ਵਗੇ, ਫਿਰ ਲੋਕਾਂ ਦੇ ਵਿੱਚ ਗਰਮੀ ਆਉਂਦੀ ਹੈ, ਲੋਕ ਸੱਤਾ ਦੇ ਖਿਲਾਫ ਉੱਠ ਖੜਦੇ ਆ। ਉਲਟ ਕੇ ਰੱਖ ਦੇਵੇ ਉਹ ਭੂਮੀ ਦੀ ਸਫ ਹੁੰਦਾ ਹੈਗਾ, ਭੂਮੀ ਦੀ ਸਤ੍ਹਾ, ਭੂਮੀ ਦਾ ਉੱਪਰਲਾ ਭਾਗ, ਤੇ ਫਿਰ ਤਾਂ ਜ਼ਮੀਨ ਨੂੰ ਵੀ ਉਲਟਾ ਕੇ ਰੱਖਣ ਦੀ ਤਾਕਤ ਰੱਖਦਾ ਹੈ। ਜਿਸ ਦੀ ਖੁੱਲ ਜਾਂਦੀ ਹੈ ਅੱਖ, ਤੀਸਰੀ ਮੱਥੇ ਦੀ ਅੱਖ, ਤੇ ਜਿਹਦੀ ਤੀਸਰੀ ਅੱਖ ਖੁੱਲ ਜਾਂਦੀ ਹੈ ਮੱਥੇ ਵਾਲੀ ਅੱਖ, ਫਿਰ ਕਿਵੇਂ ਹੈ? ਅੱਖ ਜਦ ਸ਼ੰਕਰ ਦੀ ਖੁੱਲੀ ਤੀਸਰੀ, ਸ਼ੰਕਰ ਸ਼ਿਵ ਦਾ ਇੱਕ ਹੋਰ ਨਾਂ ਹੈ। ਬਿਜਲੀਆਂ ਦੇ ਜੋਸ਼ ਦਾ ਆਇਆ ਤੂਫਾਨ, ਸੜ ਗਿਆ ਆਲੇ ਦੁਆਲੇ ਦਾ ਅੰਧੇਰ, ਕਾਮਨਾ ਦੀ ਸੜ ਗਈ ਦੁਨੀਆ ਅਲੋਪ। ਕਾਮਨਾ ਹੁੰਦੀ ਹੈ ਬੁਰੀ ਇੱਛਾ, ਲੋਭ, ਲਾਲਚ, ਉਹ ਵੀ ਦੂਰ ਹੋ ਗਿਆ ਲੋਕਾਂ ਦਾ। ਤੇ ਫਿਰ ਜਦੋਂ ਸ਼ੰਕਰ ਦੀ, ਸ਼ਿਵ ਦੀ ਤੀਸਰੀ ਅੱਖ ਖੁੱਲੀ, ਇਹਦੇ ਨਾਲ ਬਿਜਲੀਆਂ ਵਰਗਾ ਜੋਸ਼ ਆ ਗਿਆ ਲੋਕਾਂ ਦੇ ਵਿੱਚ, ਸਾਰੇ ਪਾਸੇ ਹਨੇਰਾ ਦੂਰ ਹੋ ਗਿਆ, ਸੜ ਗਿਆ ਹਨੇਰਾ, ਚਲਿਆ ਗਿਆ ਹਨੇਰਾ, ਲੋਕਾਂ ਦੇ ਵਿੱਚ ਚਾਨਣ ਆ ਗਿਆ, ਪ੍ਰਕਾਸ਼ ਆ ਗਿਆ, ਚੇਤਨਾ ਆ ਗਈ। ਕਾਮਨਾ ਦੀ ਸੜ ਗਈ ਦੁਨੀਆ ਅਲੋਪ, ਲੋਭ ਲਾਲਚ ਖਤਮ ਹੋ ਗਿਆ ਲੋਕਾਂ ਦਾ, ਖੁਦ ਪ੍ਰਸਤੀ ਹੋ ਗਈ ਸਾਰੀ ਸਵਾਹ, ਤੇ ਆਪਣੇ ਆਪ ਦੇ ਲਈ ਕੰਮ ਕਰਨ ਵਾਲੀਆਂ ਜਿੰਨੀਆਂ ਵੀ ਤਾਕਤਾਂ ਸੀ ਉਹ ਖਤਮ ਹੋ ਗਈਆਂ, ਤੇ ਲੋਕ ਭਲਾਈ ਦੇ ਕੰਮਾਂ ਦੇ ਵੱਲ ਹੋ ਗਈ ਅਗਲੇ ਸੁੱਖਾਂ ਦੇ ਵਹਿਮ ਦੀ ਹਸਤੀ ਤਬਾਹ। ਅਗਲੇ ਸੁੱਖਾਂ ਦੀ ਜਿਹੜੀ ਹਸਤੀ ਹੈ, ਇਹ ਧਾਰਮਿਕ ਰੋਹਿਤਾਂ ਦੇ ਵਿੱਚ ਡੁੱਬਿਆ ਹੈ ਮਨੁੱਖੀ। ਇਸ ਤਰ੍ਹਾਂ ਦੀ ਗੱਲ ਕਰਦਾ ਹੈ ਕਿ ਕਿਸ ਢੰਗ ਦੇ ਨਾਲ ਵਰਤਮਾਨ ਯੁੱਗ ਦੇ ਵਿੱਚ ਪਰਮਾਤਮਾ ਦੀ ਭਗਤੀ ਕਰਕੇ ਅਸੀਂ ਅਗਲੇ ਜਨਮ ਨੂੰ ਸਫਲ ਕਰ ਸਕਦੇ ਹਾਂ। ਹੋ ਗਈ ਭਗਤੀ ਜਦੋਂ ਲੋਕਾਂ ਲਈ ਕੌਮ ਦੀ ਮਿਹਨਤ ਦੇ ਜਾਗ ਉੱਠੇ ਨਸੀਬ, ਤੇ ਫਿਰ ਲੋਕਾਂ ਨੇ ਉਸ ਭਗਤੀ ਨੂੰ ਲੋਕ ਕਲਿਆਣ ਲਈ ਵਰਤਿਆ। ਇਸ ਦੇ ਨਾਲ ਕੌਮ ਦੀ ਮਿਹਨਤ ਦੇ ਜਾਗ ਉੱਠੇ ਨਸੀਬ, ਕੌਮ ਦੀ ਜਿਹੜੀ ਕੌਮ, ਜਿਹੜਾ ਦੇਸ਼, ਉਹਦੇ ਹਰ ਇੱਕ ਵਰਗ ਦੇ ਵਿੱਚ ਜਾਗਰਤੀ ਆ ਗਈ, ਤੇ ਉਹਦੇ ਨਸੀਬ, ਉਹਦੀ ਕਿਸਮਤ ਜਾਗ ਉੱਠੀ। ਜੋਸ਼ ਖਾ ਕੇ ਉੱਠਿਆ ਹੋਣੀ ਕੁਮਾਰ, ਪੁੱਟਿਆ ਤਰਸੂਲ ਗਾਫਲ ਬਰਫ਼ ਚੋਂ। ਤੇ ਫਿਰ ਸ਼ਿਵ ਜੀ ਆਪਣੇ ਅਸਲੀ ਰੂਪ ਦੇ ਵਿੱਚ ਆ ਗਿਆ, ਤੇ ਉਸਨੇ ਹੋਣੀ ਕੁਮਾਰ ਤੋਂ ਭਾਵ ਇੱਥੇ ਨੌਜਵਾਨ ਤੋਂ ਵੀ ਹੈ, ਸ਼ਿਵ ਜੀ ਤੋਂ ਵੀ ਹੈ, ਜਨਤਾ ਤੋਂ ਵੀ ਹੈ। ਗਾਫਲ ਹੁੰਦਾ ਵਿਦਿਆਰਥੀ, ਉਹ ਬੇਪਰਵਾਹ। ਪੁੱਟਿਆ ਤਰਸੂਲ ਗਾਫਲ ਬਰਫ਼ ਚੋਂ, ਪਲ ਦੀ ਪਲ ਸੰਚਾਰ ਤੇ ਆਇਆ ਪਚਾਲ। ਜੋਸ਼ ਖਾ ਕੇ ਮਾਰਿਆ ਤਰਸੂਲ ਇੱਕ, ਹਿੰਮ ਦੀ ਸੁਸਤੀ ਚ ਜਾਗੀ ਜ਼ਿੰਦਗੀ। ਬਰਫ਼ ਅੰਦਰ ਦੌੜੀਆਂ ਤਿੰਨ ਬਿਜਲੀਆਂ, ਤੇ ਫਿਰ ਜਦੋਂ ਸੱਤਾ ਦੇ ਖਿਲਾਫ ਉੱਠ ਖੜੇ ਹੋਏ ਸਿਰ ਜੀ, ਤੇ ਫਿਰ ਤਿੰਨ ਜਿਹੜੀਆਂ ਬਿਜਲੀਆਂ ਬਰਫ਼ ਦੇ ਵਿੱਚੋਂ ਉੱਠੀਆਂ, ਇੱਕ ਸੁਰਸਤੀ, ਇੱਕ ਇਲਾ, ਇੱਕ ਨਈ। ਇਹ ਤਿੰਨ ਕਿਹੜੀਆਂ ਚੀਜ਼ ਦੀਆਂ? ਸੁਰਸਤੀ, ਇਲਾ ਤੇ ਨਈ। ਸੁਰਸਤੀ ਹੁੰਦੀ ਹੈ ਵਿਦਿਆ ਦੀ ਦੇਵੀ, ਇਲਾ ਹੁੰਦੀ ਹੈ ਇੱਕ ਤਾਕਤ ਦੀ ਦੇਵੀ, ਮਹਾਨ ਤਾਕਤ, ਅਤੇ ਤੀਸਰੀ ਜਿਹੜੀ ਹੈਗੀ ਨਈ, ਉਹ ਹੈਗੀ ਹੈ ਲੋਕ ਸੇਵਾ, ਕਲਿਆਣਕਾਰੀ ਦੇਵੀ ਕਿਹਾ ਜਾ ਸਕਦਾ। ਲੋਕ ਸੇਵਾ, ਵਿਦਿਆ, ਤਾਕਤ, ਮਹਾਨ, ਉਹੀ ਤਿੰਨੇ ਅਰਥ ਥੱਲੇ ਨੀਚੇ ਆਏ ਗਏ। ਸੁਰਸਤੀ ਇਹ ਵਿਦਿਆ, ਲੋਕ ਸੇਵਾ ਵਿਦਿਆ, ਤਾਕਤ ਮਹਾਨ, ਖਿੱਚਣੀ ਤਲਵਾਰ ਹੱਕ ਦੇ ਵਾਸਤੇ, ਚੁੱਕਣਾ ਖੰਜਰ ਸ਼ੈਤਾਨਾਂ ਦੇ ਲਈ, ਜਾਂ ਸ਼ੈਤਾਨੀ ਹਮਲਿਆਂ ਦੀ ਰੋਕ ਨੂੰ, ਕਿਰਤ ਆਪਣੇ ਦਾ ਸਦਾ ਕਰਨ ਬਚਾ, ਰੋਕ ਜ਼ਾਲਮ ਦੀ ਸਦਾ ਹੈ ਅਸਲ ਇਨਸਾਫ। ਇਹ ਜੇ ਤੂੰ ਲੋਕਾਂ ਦੇ ਹੱਕ ਦੇ ਵਿੱਚ ਖੜਿਆ, ਲੋਕਾਂ ਦੀ ਤਾਕਤ ਬਣਿਆ, ਲੋਕ ਏਕਾ ਕਰਕੇ ਉਹਨਾਂ ਤਾਕਤਾਂ ਦੇ ਖਿਲਾਫ ਲੜੇ ਜਿਹੜੇ ਉਹਨਾਂ ਤੇ ਜ਼ੁਲਮ ਕਰ ਰਿਹਾ ਤੇ ਉਹਨਾਂ ਦੇ ਸਾਰਿਆਂ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਫਿਰ ਇਸ ਤਾਕਤ ਨੂੰ ਕੋਈ ਰੋਕ ਨਹੀਂ ਸਕਦਾ। ਔਰ ਜਿਹੜੇ ਲੋਕਾਂ ਨੂੰ ਗੁਲਾਮ ਬਣਾਉਣ ਦੀ ਗੱਲ ਕਰਨ ਵਾਲੇ ਲੋਕ ਹੈ, ਉਹ ਹਮੇਸ਼ਾ ਹਾਰਨਗੇ ਜੇਕਰ ਸੱਤਾ ਦੇ ਖਿਲਾਫ ਇੱਕ ਸਮੁੱਚਾ ਜਿਹੜਾ ਲੁਗਾਈ ਹੈ ਇੱਕ ਹੋ ਕੇ ਲੜੂਗੀ। ਤਾਂ ਇਹ ਵੀ ਅਸਲੀ ਇਨਸਾਫ ਕਰ ਸਕਦੇ ਆ। ਤੇ ਫਿਰ ਸ਼ਿਵ ਨੇ ਆਪ ਪਾਰੋ ਨੂੰ ਕਿਹਾ, ਤੂੰ ਜਗਾਇਆ ਮੈਨੂੰ ਕਾਲੇ ਸੁਪਨੇ ਤੋਂ, ਅਸਲੀਅਤ ਦਾ ਤੂੰ ਵਿਖਾਇਆ ਅੱਜ ਰਾਹ। ਔਰਤ ਇੱਕ ਔਰਤ ਵੀ ਹੈ, ਸ਼ਕਤੀ ਵੀ ਹੈ। ਹੁਣ ਇੱਥੇ
ਇੱਕ ਹੋਰ ਗੱਲ ਕਹੀ ਹੈ, ਕਹਿੰਦਾ ਵੀ ਤੂੰ ਮੈਨੂੰ ਜਗਾਤਾ, ਬਹੁਤ ਵਧੀਆ ਗੱਲ ਕੀਤੀ। ਅਸਲ ਦੇ ਵਿੱਚ ਔਰਤ ਇੱਕ ਔਰਤ ਵੀ ਹੈ, ਔਰਤ ਇੱਕ ਸ਼ਕਤੀ ਵੀ ਹੈ। ਕਾਲਾ ਸੁਪਨਾ ਵੀ ਇੱਕ ਡਰਾਉਣਾ ਸੁਪਨਾ ਹੈਗਾ, ਢਹਿੰਦੀ ਕਲਾ ਵੱਲ ਲਿਜਾਣ ਵਾਲੀ ਨੀਂਦ ਨੂੰ ਕਿਹਾ ਗਿਆ। ਕਲਿਆਣੀ ਭਲਾ ਕਰਨ ਵਾਲੀ। ਸੋ ਕਹਿੰਦਾ ਅਸਲੀਅਤ ਵਿੱਚ ਤੂੰ ਵਿਖਾਇਆ ਮੈਨੂੰ ਰਾਜ, ਔਰਤ ਇੱਕ ਔਰਤ ਵੀ ਹੈ, ਸ਼ਕਤੀ ਵੀ ਹੈ, ਜਗਤ ਕਲਿਆਣੀ ਵੀ ਹੈ। ਜਗਤ ਕਲਿਆਣੀ ਤੋਂ ਭਾਵ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕਲਿਆਣੀ ਕਲਿਆਣ ਕਰਨ ਵਾਲੀ, ਲੋਕਾਂ ਦਾ ਭਲਾ ਕਰਨ ਵਾਲੀ। ਔਰਤ ਇੱਕ ਔਰਤ ਵੀ ਹੈ, ਸ਼ਕਤੀ ਵੀ ਹੈ, ਜਗਤ ਕਲਿਆਣੀ ਵੀ ਹੈ। ਇਸ ਦਾ ਇੱਕ ਬੱਚਾ ਬਣ ਸਕਦਾ ਹੈ ਦੋਜ਼ਖ ਨੂੰ ਬਹਿਸਤ। ਇਸ ਦਾ ਇੱਕ ਬੱਚਾ ਬਣਾ ਸਕਦਾ ਦੋਜ਼ਖ ਨੂੰ ਬਹਿਸਤ। ਦੋਜ਼ਖ ਹੁੰਦਾ ਨਰਕ, ਨਰਕ ਨੂੰ ਸਵਰਗ ਦੇ ਵਿੱਚ ਤਬਦੀਲ ਕਰ ਸਕਦਾ ਇਸ ਦਾ ਬੱਚਾ। ਮੌਤ ਨੂੰ ਇੱਕ ਜ਼ਿੰਦਗੀ ਬਣਾ ਸਕਦਾ ਹੈ, ਸਾਰੀ ਕੁਦਰਤ ਨੂੰ ਬਣਾ ਸਕਦਾ ਹੈ ਇਹ ਆਪਣਾ ਗੁਲਾਮ। ਇੱਥੇ ਵਿਦਿਆਰਥੀਓ ਦੇਖੋ ਕਿ ਸਮੁੱਚੀ ਜਿਹੜੀ ਕੁਦਰਤ ਹੈ ਉਹਨੂੰ ਆਪਣੇ ਗੁਲਾਮ ਬਣਾ ਸਕਦਾ ਹੈ, ਉਹਨੂੰ ਆਪਣਾ ਅਧੀਨ ਕਰ ਸਕਦਾ ਹੈ। ਜਗਤ ਕਲਿਆਣੀ ਵੀ ਹੈ ਤੂੰ, ਇਸ ਦਾ ਇੱਕ ਬੱਚਾ ਬਣਾ ਸਕਦਾ ਹੈ ਦੋਜ਼ਖ ਤੂੰ ਬਹਿਸਤ। ਮੌਤ ਨੂੰ ਇੱਕ ਜ਼ਿੰਦਗੀ, ਸਾਰੀ ਕੁਦਰਤ ਨੂੰ ਬਣਾ ਸਕਦਾ ਹੈ ਆਪਣਾ ਗੁਲਾਮ। ਖੇਤ ਤੇਰੇ ਹੋ ਨਹੀਂ ਸਕਦੇ ਅਧੀਨ। ਇੱਥੇ ਬਹੁਤ ਇੰਪੋਰਟੈਂਟ ਗੱਲ ਹੋ ਗਈ ਹੈ ਹੁਣ। ਤੇ ਜਿਹੜੇ ਖੇਤ ਆ ਹੁਣ ਅਧੀਨ ਨਹੀਂ ਹੋ ਸਕਦੇ, ਕਿਉਂਕਿ ਤੇਰੀ ਜਨਤਾ ਜਾਗ ਪਈ ਹੈ, ਲੋਕ ਜਾਗ ਪਏ ਹੈ, ਲੋਕਾਂ ਦੇ ਵਿੱਚ ਚੇਤਨਾ ਆ ਗਈ ਹੈ। ਹੁਣ ਉਹ ਗੁਲਾਮ ਨਹੀਂ ਰਹਿ ਸਕਦੇ। ਖੇਤ ਤੇਰੇ ਨਹੀਂ ਹੋ ਸਕਦੇ ਅਧੀਨ, ਦੇਸ਼ ਮੇਰਾ ਹੋ ਨਹੀਂ ਸਕਦਾ ਗੁਲਾਮ। ਮੇਰੀ ਮਿਹਨਤ ਮੇਰੇ ਸਾਗਰ ਤੇ ਕੋਈ ਗੈਰ ਕਰ ਸਕਦਾ ਨਹੀਂ ਕਬਜ਼ਾ। ਕਦੀ ਅੱਖ ਜੇ ਖੁੱਲੀ ਰਹੇਗੀ ਤੀਸਰੀ ਮੱਥੇ ਦੀ ਅੱਖ। ਜੇਕਰ ਲੋਕ ਚੇਤਨ ਰਹਿਣਗੇ ਤਾਂ ਕਦੇ ਵੀ ਉਹ ਗੁਲਾਮ ਨਹੀਂ ਰਹਿਣਗੇ। ਜੇਕਰ ਲੋਕ ਚੇਤਨ ਰਹਿਣਗੇ ਤਾਂ ਉਹ ਕਦੇ ਵੀ ਉਹਨਾਂ ਵਿਨਾਸ਼ਕਾਰੀ ਤਾਕਤਾਂ ਦੇ ਅਧੀਨ ਨਹੀਂ ਰਹਿਣਗੇ। ਅਸਲ ਦੇ ਵਿੱਚ ਜਿਹੜੀਆਂ ਵਿਨਾਸ਼ਕਾਰੀ ਤਾਕਤਾਂ ਹੁੰਦੀਆਂ, ਪੂੰਜੀਵਾਦੀ ਤਾਕਤਾਂ ਹੁੰਦੀਆਂ, ਲੋਕਾਂ ਨੂੰ ਧਰਮ ਕਰਮ ਦੇ ਵਿੱਚ ਉਲਝਾ ਕੇ ਉਹਨਾਂ ਦੇ ਜਿਹੜੀ ਮਿਹਨਤ ਦੇ ਉੱਪਰ ਕਬਜ਼ਾ ਕਰ ਲੈਂਦੀ ਹੈ, ਉਹਨਾਂ ਦੀ ਮਿਹਨਤ ਦੀ ਲੁੱਟ ਖਸੁੱਟ ਕਰਦੀ ਹੈ, ਲੋਕਾਂ ਨੂੰ ਧਾਰਮਿਕ ਕਰਮਾਂ ਕਾਂਡਾਂ ਦੇ ਵਿੱਚ ਫਸਾ ਕੇ ਖੁਦ ਉਹਨਾਂ ਦੇ ਸਾਧਨਾਂ ਤੇ ਕਬਜ਼ ਹੋ ਜਾਂਦੀ ਹੈ ਤੇ ਕੁਦਰਤੀ ਭੰਡਾਰਾਂ ਦੇ ਉੱਪਰ ਵੀ ਉਹ ਕਬਜ਼ ਹੋ ਜਾਂਦੀ ਹੈ। ਜੇਕਰ ਲੋਕ ਇਸ ਨੀਂਦ ਦੇ ਵਿੱਚ ਉੱਠਣਗੇ, ਲੋਕ ਇਸ ਸੱਤਾ ਦੇ ਖਿਲਾਫ ਉੱਠਣਗੇ, ਤਾਂ ਹੀ ਲੋਕ ਕਲਿਆਣਕਾਰੀ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਲਾ ਸਕਦੇ ਆ। ਸੋ ਵਿਦਿਆਰਥੀਓ ਇੱਥੇ ਆ ਕੇ ਕਵਿਤਾ ਖਤਮ ਹੋ ਜਾਂਦੀ ਹੈ। ਹੁਣ ਆਪਾਂ ਕਵੀ ਦੇ ਬਾਰੇ ਗੱਲ ਕਰਦੇ ਹਾਂ, ਕਵੀ ਬਾਬਾ ਬਲਵੰਤ ਬਾਰੇ, ਔਰ ਉਸ ਦੀਆਂ ਜਿਹੜੀਆਂ ਕਾਵਿ ਰਚਨਾਵਾਂ ਉਹਨਾਂ ਦੇ ਬਾਰੇ ਗੱਲ ਕਰਾਂਗੇ। ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦੇਖਦੇ ਹਾਂ ਕਿ ਕਵੀ ਦੇ ਜਿਹੜੇ ਇਸ ਕਵਿਤਾ ਦੇ ਜਿਹੜੇ ਪ੍ਰਸ਼ਨ ਸੀ ਉਹਨਾਂ ਦੇ ਕਿਸ ਢੰਗ ਦੇ ਨਾਲ ਆਪਾਂ ਉੱਤਰ ਦੇਣੇ ਆ। ਬਾਬਾ ਬਲਵੰਤ ਦਾ ਜਨਮ 1915 ਈਸਵੀ ਦੇ ਵਿੱਚ ਹੋਇਆ ਸੀਗਾ। ਦੇਸ਼ ਜਦੋਂ ਗੁਲਾਮ ਸੀਗਾ ਉਦੋਂ ਇਹਨਾਂ ਦਾ ਜਨਮ ਹੋਇਆ ਸੀ ਤੇ 1977 ਈਸਵੀ ਦੇ ਇਸ ਦੁਨੀਆ ਨੂੰ ਇਹ ਅਲਵਿਦਾ ਕਹਿ ਗਏ ਸੀ। ਬਾਬਾ ਬਲਵੰਤ ਆਧੁਨਿਕ ਪੰਜਾਬੀ ਕਾਵਿ ਵਿੱਚ ਸਮਾਜਵਾਦੀ ਵਿਚਾਰਧਾਰਾ ਵਾਲੀ ਅਤ ਖੂਬਸੂਰਤ ਕਾਵਿਕ ਸਿਰਜਣਾ ਕਰਨ ਵਾਲਾ ਸ਼ਾਇਰ ਹੈ। ਬਾਬਾ ਬਲਵੰਤ ਦਾ ਜਨਮ ਅਗਸਤ 1915 ਈਸਵੀ ਨੂੰ ਠਾਕਰ ਦੀਨਾਨਾਥ ਦੇ ਘਰ ਪਿੰਡ ਨੇਸਟਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ। ਉਹ ਅਜੇ 4 ਸਾਲਾਂ ਦੇ ਸੀ ਕਿ ਪਿਤਾ ਜੀ ਜੋ ਵੈਦ ਸਨ ਅੰਮ੍ਰਿਤਸਰ ਆ ਕੇ ਵਸ ਗਏ। 6 ਸਾਲ ਦੀ ਉਮਰ ਵਿੱਚ ਬਾਬਾ ਬਲਵੰਤ ਨੂੰ ਪੰਥ ਦੇ ਕੋਲ ਪੜ੍ਹਨੇ ਪਾਇਆ ਗਿਆ। ਪਿਤਾ ਜੀ ਉਸ ਨੂੰ ਮੁਨੀਮੀ ਵਾਲੇ ਕੰਮ ਵਿੱਚ ਪ੍ਰਵੀਨ ਕਰਨਾ ਚਾਹੁੰਦੇ ਸਨ। ਉਹਨਾਂ ਦੇ ਘਰ ਵਿੱਚ ਵੀ ਹੀ ਬਾਬਾ ਜੀ ਨੂੰ ਹਿੰਦੀ, ਉਰਦੂ ਤੇ ਥੋੜੀ ਫਾਰਸੀ ਸਿਖਾ ਦਿੱਤੀ ਗਈ। ਆਰਥਿਕ ਮੰਦਹਾਲੀ ਕਾਰਨ ਉਸ ਦੀ ਜਿਹੜੀ ਪੜ੍ਹਾਈ ਹੈ ਉਹ ਸਿਰੇ ਨਾ ਚੜ ਸਕੀ। 11 ਸਾਲ ਦੀ ਉਮਰ ਵਿੱਚ ਉਸ ਨੂੰ ਆੜਤ ਦੀ ਦੁਕਾਨ ਤੇ ਬਿਠਾਇਆ ਗਿਆ, ਜਿੱਥੇ ਉਹ ਕਈ ਸਾਲ ਕੰਮ ਸਿੱਖਦਾ ਰਿਹਾ। ਇਸ ਸਮੇਂ ਦੌਰਾਨ ਉਸਨੇ ਗੁਰਮੁਖੀ ਅੱਖਰਾਂ ਸਿੱਖੇ ਤੇ ਪੰਜਾਬੀ ਪੜ੍ਹਨੀ ਸ਼ੁਰੂ ਕਰ ਦਿੱਤੀ। 1932 ਈਸਵੀ ਵਿੱਚ ਉਸ ਦੀਆਂ ਉਰਦੂ ਵਿੱਚ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਸ਼ੇਰੇ ਹਿੰਦ ਪ੍ਰਕਾਸ਼ਿਤ ਹੋਇਆ। ਮਹਾਨਾਚ, ਅਮਰ ਗੀਤ, ਜਵਾਲਾਮੁਖੀ, ਬੰਦਰਗਾਹ ਅਤੇ ਸੁਗੰਧ ਸਮੀਰ ਬਾਵਾ ਦੇ 5 ਕਾਵਿ ਸੰਗ੍ਰਹਿ ਹਨ। ਕਾਵਿ ਸਾਗਰ ਉਸ ਦੀਆਂ 94 ਕਵਿਤਾਵਾਂ ਦਾ ਸੰਗ੍ਰਹਿ ਹੈ। ਡਾਕਟਰ ਜਸਵਿੰਦਰ ਸਿੰਘ ਨੇ ਬਾਬਾ ਬਲਵੰਤ ਰਚਨਾਵਲੀ ਵਿੱਚ ਉਸਦੀ ਸਾਰੀ ਰਚਨਾ ਨੂੰ ਸੰਪਾਦਿਤ ਕੀਤਾ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਨੂੰ ਪ੍ਰਕਾਸ਼ਿਤ ਕੀਤਾ ਹੈ। ਬਾਬਾ ਬਲਵੰਤ ਸਵੇ ਮਾਣ ਭਰਪੂਰ ਅਤੇ ਸਿਰੇ ਦਾ ਇਮਾਨਦਾਰ ਇਨਸਾਨ ਸੀ। ਉਸ ਵਿੱਚ ਨਾ ਭੋਰਾ ਲਾਲਚ, ਨਾ ਧੋਖਾ, ਨਾ ਅਧੀਨਗੀ ਤੇ ਨਾ ਖੌਫ ਸੀ। ਇਹੀ ਉਸ ਦੀ ਕਾਵਿ ਬੁਲੰਦੀ ਦਾ ਰਾਜ ਹੈ। ਸ਼ੁੱਧ ਮਾਨਵੀ ਲਗਾਓ
ਸੁਹਿਰਦ ਹਿਰਦੇ ਦੀ ਪਾਕ ਆਵਾਜ਼ ਤੇ ਬੇਪਨਾਹ ਨੈਤਿਕ ਦਲੇਰੀ ਉਸ ਦੀ ਕਵਿਤਾ ਦੇ ਅਖੁੱਟ ਸੋਮੇ ਸਨ। ਵਿਅਕਤੀ ਤੋਂ ਤਾਂ ਕੀ ਨਾ ਉਹ ਸਟੇਟ ਤੋਂ ਡਰਿਆ, ਨਾ ਧਰਮਾਂ ਦੇ ਖੁੰਖਾਰ ਸ਼ਕਤੀ ਰੂਪਾਂ ਤੋਂ, ਤੇ ਨਾ ਹੀ ਜਿਹੜਾ ਜਮਾਨਾ ਸੀਗਾ ਉਸ ਸਮੇਂ ਦਾ ਜਮਾਨਾ, ਉਹਦੀਆਂ ਛਾਤਰ ਚਾਲਾਂ ਤੋਂ। ਜਿਹੜਾ ਉਸ ਸਮੇਂ ਦੀ ਸੱਤਾ ਸੀਗੀ, ਉਸ ਸਮੇਂ ਦੀ ਸਰਕਾਰਾਂ ਸੀਗੀਆਂ, ਉਸ ਸਮੇਂ ਧਾਰਮਿਕ ਆਗੂ ਸੀ, ਕਿਸੇ ਤੋਂ ਉਹ ਡਰਿਆ ਨਹੀਂ। ਟੰਕ ਆਪਣੀ ਕਲਾਤਮਿਕ ਬਿਰਤੀ ਤਹਿਤ ਜੀਵਿਆ, ਵਿਚਰਿਆ, ਲਿਖਿਆ। ਰੋਜੀ ਖਾਤਰ ਉਸਨੇ ਮੁਨੀਮੀ ਕੀਤੀ, ਪਰ ਛੱਡ ਬੈਠੇ। ਗੱਤੇ ਦੇ ਡੱਬੇ ਬਣਾਏ, ਲਿਫਾਫੇ ਬਣਾਏ, ਸੂਤਰ ਰੰਗਾਈ ਦਾ ਕੰਮ ਕੀਤਾ, ਖੱਦਰ ਦੀਆਂ ਟੋਪੀਆਂ ਬਣਾਈਆਂ, ਕੱਪੜੇ ਠੇਕਣ ਦਾ ਕੰਮ ਕੀਤਾ, ਪਰ ਫਕੀਰਾਨਾ ਤਬੀਅਤ ਨੂੰ ਕੋਈ ਧੰਦਾ ਰਾਸ ਨਾ ਆਇਆ। ਅੰਤ ਆਪਨੇ ਕਸਰਤ ਕਰਨ ਤੇ ਕਵਿਤਾ ਲਿਖਣ ਦੇ ਸ਼ੌਕ ਨੂੰ ਹੀ ਆਪਣੇ ਸਾਹਾਂ ਨਾਲ ਪਾਲਿਆ। ਬਾਬਾ ਬਲਵੰਤ ਦੀ ਸਾਹਿਤਕ ਸੰਵੇਦਨਾ ਨਿੱਕੇ ਤੋਂ ਨਿੱਕੇ ਮਾਨਵੀ ਸਰੋਕਾਰਾਂ ਤੋਂ ਲੈ ਕੇ ਸਮੁੱਚੀ ਮਨੁੱਖੀ ਜ਼ਿੰਦਗੀ, ਸਮਾਜ, ਸੱਭਿਆਚਾਰ, ਧਰਮ, ਰਾਜਨੀਤੀ, ਆਰਥਿਕਤਾ ਨੂੰ ਹੀ ਨਹੀਂ, ਸਗੋਂ ਮਾਨਵੀ ਸੰਵੇਦਨਾ ਨਾਲ ਭਰਪੂਰ ਸਮੁੱਚੀ ਕਾਇਨਾਤ ਨੂੰ ਆਪਣੇ ਕਲੇਵਰ ਵਿੱਚ ਲੈਂਦੀ ਹੈ। ਜੇ ਉਹ ਸਥਾਪਤੀ ਦਾ ਵਿਰੋਧ ਕਰਦਾ ਹੈ ਤਾਂ ਇਸ ਕਰਕੇ ਕਿ ਇਹ ਅਮਾਨਵੀ ਹੈ। ਜੋ ਧਾਰਮਿਕ ਪ੍ਰਪੰਚ ਦਾ ਤਿੱਖਾ ਵਿਰੋਧ ਕਰਦਾ ਹੈ ਤਾਂ ਇਸ ਕਰਕੇ ਕਿ ਇਹ ਮਾਨਵ ਹਤੈਸ਼ੀ ਨਾ ਰਹਿ ਕੇ ਜ਼ਾਲਮ ਤੇ ਲੋਟੂ ਬਣ ਗਏ ਨੇ। ਕ੍ਰਾਂਤੀ, ਪਿਆਰ ਤੇ ਕਲਾ ਬਾਬਾ ਬਲਵੰਤ ਦੀ ਕਾਵ ਸੰਵੇਦਨਾ ਵਿੱਚ ਉੱਤਮ ਤੇ ਉਜਵਲ ਮਾਨਵੀ ਜ਼ਿੰਦਗੀ ਦੀ ਸਿਰਜਣਾ ਦੇ ਕੇਂਦਰੀ ਸਰੋਕਾਰ ਬਣਦੇ ਹਨ, ਜੋ ਉਸ ਦੀ ਉੱਚਤਮ ਮਨੁੱਖੀ ਜ਼ਿੰਦਗੀ ਦੀ ਚਾਹਤ ਦੇ ਅਹਿਮ ਅੰਸ਼ ਹਨ। ਕਲਾ ਵੀ ਬਾਬਾ ਬਲਵੰਤ ਲਈ ਮਨੁੱਖ ਦੀ ਸਹੀ, ਸੱਚੀ ਤੇ ਸੰਪੂਰਨ ਭਾਵਨਾਤਮਕ ਤੇ ਤਾਂਤਰਿਕ ਸੋਝੀ ਦਾ ਅਜਿਹਾ ਲਾਜ਼ਮੀ ਅਤੇ ਸ਼ਕਤੀਸ਼ਾਲੀ ਅੰਗ ਹੈ ਜਿਸ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਕਲਾ ਬਾਬਾ ਬਲਵੰਤ ਲਈ ਇੱਕ ਪਵਿੱਤਰ ਆਰਾਧਨਾ ਵਾਂਗ ਹੈ, ਜੋ ਮਨੁੱਖੀ ਹੋਂਦ ਨੂੰ ਸਾਵਾਂਪਨ, ਸੰਪੂਰਨ ਅਤੇ ਸੱਚੀ ਮਾਨਵੀ ਸਰਗਰਮੀ ਦੇ ਸਨਮੁਖ ਲਿਆ ਖਿਲਾਰਦੀ ਹੈ। ਕਾਵਿਕ ਸਿਰਜਣਾ ਦੇ ਪ੍ਰਸੰਗ ਵਿੱਚ ਉਸਨੇ ਨਜ਼ਮ, ਗਜ਼ਲ, ਗੀਤ, ਸੌਨਟ ਅਤੇ ਬੋਲੀਆਂ ਕਾਵ ਰੂਪਾਕਾਰਾਂ ਵਿੱਚ ਸਿਰਜਣਾ ਕੀਤੀ। ਉਹ ਆਪਣੀ ਗਜ਼ਲ ਨੂੰ ਕਈ ਥਾਈਂ ਨਵੀਨ ਗਜ਼ਲ ਕਹਿੰਦਾ ਹੈ। ਫਿਰ ਪਾਰੋ ਨੇ ਕਿਹਾ, ਇਸ ਕਵਿਤਾ ਦੇ ਬਾਰੇ ਗੱਲ ਕਰਦੇ ਹਾਂ। ਫਿਰ ਪਾਰੋ ਨੇ ਕਿਹਾ, ਕਵਿਤਾ ਵਿੱਚ ਕਵੀ ਮਨੁੱਖ ਨੂੰ ਸੰਬੋਧਨ ਕਰਦਾ ਹੋਇਆ ਕਹਿ ਰਿਹਾ ਹੈ ਕਿ ਹੇ ਮਨੁੱਖ, ਆਪਣੀ ਸੁੱਤੀ ਹੋਈ ਆਤਮਾ ਨੂੰ ਜਗਾ, ਆਪਣੇ ਆਲੇ ਦੁਆਲੇ ਝਾਤ ਮਾਰ, ਤਾਂ ਕਿ ਦੁਸ਼ਮਣ, ਬਾਹਰਲੇ ਹਮਲਾਵਰ, ਝੂਠ, ਧੋਖਾ, ਫਰੇਬ ਤੇ ਕਿਤੇ ਤੈਨੂੰ ਗੁਲਾਮ ਨਾ ਬਣਾ ਲੈਣ। ਬੁਰਾਈ ਦੇ ਖਾਤਮੇ ਲਈ ਕਵੀ ਮਨੁੱਖ ਨੂੰ ਆਪਣੀ ਸੁੱਤੀ ਹੋਈ ਜ਼ਮੀਰ ਜਗਾ ਕੇ ਸ਼ਿਵ ਜੀ ਦੀ ਤਰ੍ਹਾਂ ਤੀਜਾ ਨੇਤਰ ਖੋਲਣ ਦੀ ਤਾਕੀਦ ਕਰਦਾ ਹੈ। ਮਹਿਜ਼ ਆਪਣੇ ਸਵਾਰਥ ਨੂੰ ਛੱਡ ਕੇ ਸਰਬਤ ਦੇ ਭਲੇ ਬਾਰੇ ਸੋਚਣਾ ਅਤੇ ਜਾਗਰੂਕਤਾ ਨਾਲ ਉਸਦੀ ਕੌਮ, ਦੇਸ਼, ਨਦੀਆਂ, ਮੈਦਾਨ, ਚਾਰ ਸਫੇਰੇ ਸਭ ਤੋਂ ਬਾਹਰ ਆ ਜਾਵੇਗੀ, ਜੇਕਰ ਉਹ ਸਹੀ ਢੰਗ ਦੇ ਨਾਲ ਆਪਣੀ ਸੁੱਤੀ ਹੋਈ ਜ਼ਮੀਰ ਜਗਾ ਕੇ ਸਿਮਜੀ ਦੀ ਤਰ੍ਹਾਂ ਤੀਜਾ ਨੇਤਰ ਖੋਲ ਲਵੇਗਾ। ਤਾਂ ਹੀ ਉਹ ਆਪਣੇ ਸਵਾਰਥ ਛੱਡ ਸਕਦਾ ਹੈ, ਸਰਬਤ ਦੇ ਭਲੇ ਬਾਰੇ ਸੋਚ ਸਕਦਾ ਹੈ, ਤੇ ਨਾਲ ਹੀ ਉਹ ਸਾਰੇ ਆਪਣੇ ਕੁਦਰਤੀ ਸਾਧਨਾਂ ਦੀ ਰਾਖੀ ਕਰ ਸਕਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ, ਪਰੰਤੂ ਜੇ ਉਸਨੇ ਚੁੱਪ ਧਾਰੀ ਰੱਖੀ, ਆਪਣੇ ਹੀ ਸਵਾਰਥਾਂ ਵਿੱਚ ਉਲਝਿਆ ਰਿਹਾ, ਤਾਂ ਇੱਕ ਵੇਲਾ ਅਜਿਹਾ ਆਵੇਗਾ ਜਦੋਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ, ਅਰਥਾਤ ਉਸਦੀ ਮਿਹਨਤ ਤੇ ਕੋਈ ਹੋਰ ਰਾਜ ਕਰੇਗਾ। ਇਸ ਲਈ ਅਜੇ ਵੀ ਸਮਾਂ ਹੈ ਕਿ ਉਹ ਸਵਾਰਥਾਂ ਤੋਂ ਉੱਪਰ ਉੱਠ ਕੇ ਆਪਣੀ ਸੁੱਤੀ ਹੋਈ ਆਤਮਾ ਦੀ ਆਵਾਜ਼ ਨੂੰ ਜਗਾ ਕੇ ਸ਼ਿਵਜੀ ਦੀ ਤਰ੍ਹਾਂ ਲੋਕ ਭਲਾਈ ਲਈ ਆਪਣਾ ਤੀਜਾ ਨੇਤਰ ਖੋਲ ਲੇ, ਅਤੇ ਇਸ ਤੀਜੇ ਨੇਤਰ ਦੇ ਖੁੱਲਣ ਨਾਲ ਹੀ ਉਸ ਨੂੰ ਸੂਝ, ਸਿਆਣਪ ਤੇ ਦੂਰਅੰਦੇਸ਼ੀ ਦਾ ਗਿਆਨ ਹੋਵੇਗਾ। ਤਲਵਾਰ ਦੀ ਤਾਕਤ ਨਾਲੋਂ ਕਲਮ ਦੀ ਤਾਕਤ ਵਧੇਰੇ ਹੁੰਦੀ ਹੈ, ਅਤੇ ਮਨੁੱਖ ਆਪਣੀ ਇਸ ਬੁੱਧੀ ਸਦਕਾ ਸ਼ੈਤਾਨ ਦੀਆਂ ਚਾਲਾਂ ਨੂੰ ਕਾਬੂ ਕਰ ਸਕਦਾ ਹੈ। ਸ਼ਿਵ ਪਾਰਵਤੀ ਨੂੰ ਕਹਿੰਦੇ ਹਨ ਕਿ ਉਸਨੇ ਉਸ ਨੂੰ ਕਾਲੇ ਸੁਪਨੇ ਅਰਥਾਤ ਸੱਚਾਈ ਦਾ ਰਾਹ ਵਿਖਾਇਆ।
ਸ਼ਿਵ ਔਰਤ ਨੂੰ ਇੱਕ ਸ਼ਕਤੀ ਦੇ ਰੂਪ ਵਿੱਚ ਵੇਖਦਾ ਹੈ, ਜਿਸ ਦੇ ਕਈ ਰੂਪ ਕਾਲੀ, ਚੰਡੀ, ਦੁਰਗਾ ਤੇ ਜਗਤ ਜਨਨੀ ਹਨ। ਔਰਤ ਦਾ ਇੱਕ ਬੱਚਾ ਨਰਕ ਨੂੰ ਸਵਰਗ ਬਣਾਉਣ ਦੀ ਸਮਰੱਥਾ ਰੱਖਦਾ ਹੈ, ਅਰਥਾਤ ਮਨੁੱਖ ਮਹਾਨ ਹੈ, ਸਾਰੀ ਕੁਦਰਤ ਨੂੰ ਆਪਣਾ ਗੁਲਾਮ ਬਣਾ ਸਕਦਾ ਹੈ। ਅਤੇ ਜਦੋਂ ਉਸਦਾ ਸ਼ਿਵ ਜੀ ਦੀ ਤਰ੍ਹਾਂ ਤੀਜਾ ਨੇਤਰ ਖੁੱਲਦਾ ਹੈ ਤਾਂ ਉਸਦੇ ਖੇਤ, ਸਾਗਰ ਤੇ ਉੱਪਰ ਕੋਈ ਵੀ ਕਬਜ਼ਾ ਨਹੀਂ ਕਰ ਸਕਦਾ, ਨਾ ਉਹਦੇ ਖੇਤਾਂ ਉੱਪਰ, ਨਾ ਉਹਦੇ ਸਾਗਰਾਂ ਉੱਪਰ, ਅਤੇ ਨਾ ਹੀ ਉਸ ਦੇਸ਼ ਨੂੰ ਕੋਈ ਗੁਲਾਮ ਬਣਾ ਸਕੇਗਾ, ਅਤੇ ਨਾ ਹੀ ਕੋਈ ਉਸਦਾ ਦੀ ਮਿਹਨਤ ਦੇ ਸਾਹਮਣੇ ਟਿਕ ਪਾਵੇਗਾ। ਸੋ ਵਿਦਿਆਰਥੀਓ, ਇਸ ਦੀ ਜਿਹੜੀ ਕਾਵਕ ਭਾਸ਼ਾ ਹੈਗੀ ਆ, ਉਹ ਕਾਵਕ ਭਾਸ਼ਾ ਅਤੇ ਸ਼ੈਲੀ ਪੱਖੋਂ ਇਹ ਕਵਿਤਾ ਵੰਨ ਸੁਵੰਨਤਾ, ਰਵਾਨੀ ਅਤੇ ਸੰਗੀਤਾਤਮਕਤਾ ਸਮੋਈ ਬੈਠੀ ਹੈ। ਵਿਭਿੰਨ ਬਿੰਬਾਂ, ਪ੍ਰਤੀਕਾਂ ਰਾਹੀਂ ਕਵੀ ਮਨੁੱਖ ਨੂੰ ਆਪਣੇ ਹੱਕਾਂ ਪ੍ਰਤੀ ਚੇਤੰਨ ਕਰਦਾ ਹੈ। ਭਾਵ ਪੱਖੋਂ ਕਵਿਤਾ ਬੇਮਿਸਾਲ ਹੈ। ਕਵਿਤਾ ਦੀ ਸੁਰ ਪ੍ਰੇਰਨਾਤਮਕ ਹੈ ਅਤੇ ਉਪਦੇਸ਼ਾਤਮਕ ਹੈ। ਹੁਣ ਇਹਦੇ ਆਪਾਂ ਛੋਟੇ ਕੁਐਸਚਨ ਉਹਨਾਂ ਦੀ ਗੱਲ ਕਰਦੇ ਹਾਂ। ਕਵੀ ਨੇ ਕਵਿਤਾ ਵਿੱਚ ਕਿਸ ਨੂੰ ਜਗਾਉਣ ਲਈ ਕਿਹਾ ਹੈ? ਕਵੀ ਨੇ ਅਸਲ ਦੇ ਵਿੱਚ ਵਿਦਿਆਰਥੀਓ ਪਾਰਵਤੀ ਜਗਾ ਰਹੀ ਹੈ ਸ਼ਿਵ ਜੀ ਨੂੰ, ਤੇ ਹੁਣ ਕਵੀ ਇਹਨਾਂ ਪ੍ਰਤੀਕਾਂ ਦੇ ਰਾਹੀਂ ਇੱਕ ਤੀਸਰੀ ਇਹਦੇ ਰਾਹੀਂ ਕਵੀ ਨੇ ਕਿਹਾ ਕਵਿਤਾ ਵਿੱਚ ਕਿਸ ਨੂੰ ਜਗਾਉਣ ਲਈ ਗਿਆ? ਸ਼ਿਵ ਜੀ ਨੂੰ ਜਗਾਉਣ ਦੀ ਗੱਲ ਕਰਦੀ ਹੈ, ਤੀਜੇ ਨੇਤਰ ਖੋਲਣ ਦੀ ਗੱਲ ਕਰਦੀ ਹੈ ਪਾਰਵਤੀ ਇਸ ਕਵਿਤਾ ਦੇ ਵਿੱਚ। ਕਵੀ ਨੇ ਤੀਜਾ ਨੇਤਰ ਕਿਉਂ ਖੋਲਣ ਲਈ ਕਿਹਾ? ਕਵੀ ਤੀਜਾ ਨੇਤਰ ਇਸ ਲਈ ਖੋਲਣ ਨੂੰ ਕਹਿੰਦੇ ਆ ਕਿ ਜਦੋਂ ਦੁਨੀਆ ਦੇ ਉੱਪਰ ਵਿਨਾਸ਼ ਫੈਲਦਾ ਹੈ, ਕੁਦਰਤੀ ਸਾਧਨਾਂ ਦੇ ਉੱਪਰ ਕਬਜ਼ਾ ਹੋਣ ਦੀ ਗੱਲ ਹੁੰਦੀ ਹੈ, ਲੋਕਾਂ ਨੂੰ ਗੁਲਾਮ ਕਰਨ ਦੀ ਗੱਲ ਹੁੰਦੀ ਹੈ, ਤਾਂ ਉਸ ਤੋਂ ਮੁਕਤੀ ਪਾਉਣ ਦੇ ਲਈ ਜਨਤਾ ਨੂੰ ਜਾਗਣਾ ਜ਼ਰੂਰੀ ਹੈ। ਤੀਸਰਾ ਨੇਤਰ ਅਸਲ ਦੇ ਵਿੱਚ ਲੋਕਾਂ ਦੇ ਵਿੱਚ ਧਾਰਮਿਕ ਕਰਮਾਂ ਕਾਂਡਾਂ ਤੋਂ ਉੱਪਰ ਉੱਠ ਕੇ ਜਦੋਂ ਲੋਕ ਇੱਕ ਹੋ ਕੇ ਉਹਨਾਂ ਤਾਕਤਾਂ ਦੇ ਖਿਲਾਫ ਲੜਦੇ ਆ, ਉਹ ਤੀਸਰਾ ਨੇਤਰ ਹੈ। ਕਵਿਤਾ ਵਿੱਚ ਸੋਮਨਾਥ ਤੇ ਪਾਰੋ ਕਿਸ ਨੂੰ ਕਿਹਾ ਗਿਆ? ਕਵਿਤਾ ਦੇ ਵਿੱਚ ਵਿਦਿਆਰਥੀਓ ਸੋਮਨਾਥ ਸ਼ਿਵ ਜੀ ਨੂੰ ਕਿਹਾ ਗਿਆ, ਪਾਰੋ ਪਾਰਵਤੀ ਨੂੰ ਕਿਹਾ ਗਿਆ। ਕਵੀ ਨੇ ਔਰਤ ਨੂੰ ਕਿਹੜੇ ਕਿਹੜੇ ਰੂਪਾਂ ਵਿੱਚ ਦਰਸਾਇਆ? ਇਹ ਤਾਂ ਬਿਲਕੁਲ ਹੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈਗਾ ਵਿਦਿਆਰਥੀਓ। ਕਵੀ ਨੇ ਔਰਤ ਨੂੰ ਇੱਕ ਔਰਤ ਤੋਂ ਇਲਾਵਾ ਸ਼ਕਤੀ ਤੇ ਜਗਤ ਜਨਨੀ, ਜਗਤ ਕਲਿਆਣੀ ਦੇ ਰੂਪ ਵਿੱਚ ਦਰਸਾਇਆ। ਉਸਦਾ ਇੱਕ ਬੱਚਾ ਜਿਹੜਾ ਨਰਕ ਹੈ ਉਹਨੂੰ ਸਵਰਗ ਦੇ ਵਿੱਚ ਬਦਲ ਸਕਦਾ, ਮੌਤ ਨੂੰ ਜ਼ਿੰਦਗੀ ਵਿੱਚ ਬਦਲ ਸਕਦਾ, ਤੇ ਸਾਰੀ ਕੁਦਰਤ ਨੂੰ ਆਪਣੇ ਗੁਲਾਮ ਬਣਾ ਸਕਦਾ ਹੈ। ਜਾਗਰਤ ਮਨੁੱਖ ਕੀ ਕਰ ਸਕਦਾ ਹੈ? ਜਾਗਰਤ ਮਨੁੱਖ ਵਿਦਿਆਰਥੀਓ ਨਿਰਾਸ਼ਤਾ ਦੇ ਵਿੱਚ ਉੱਭਰ ਕੇ ਉਹ ਸਮੁੱਚੀ ਦੁਨੀਆ ਦੇ ਉੱਪਰ ਭੁਚਾਲ ਲਿਆ ਸਕਦਾ। ਉਸਦੇ ਖੂਨ ਦਾ ਲਾਵਾ ਫੁੱਟਣ ਲੱਗਦਾ ਹੈ ਤੇ ਉਹ ਧਰਤੀ ਨੂੰ ਵੀ ਭੁਚਾਲ ਲਿਆ ਕੇ ਉਹਦੇ 'ਚ ਇੱਕ ਨਵੀਂ ਤਰ੍ਹਾਂ ਦੀ ਜਾਗਰਤੀ ਲਿਆ ਸਕਦਾ। ਸੋ ਇਸ ਕਵਿਤਾ ਦੀ ਗੱਲ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਤੁਸੀਂ ਛੋਟੇ ਕੁਐਸਚਨਾਂ ਦੇ ਵੀ ਆਨਸਰ ਚੰਗੀ ਤਰ੍ਹਾਂ ਕਰ ਲਿਓ ਤੇ ਤੁਸੀਂ ਇਸ ਕਵਿਤਾ ਦਾ ਸਾਰ ਚੰਗੀ ਤਰ੍ਹਾਂ ਕਰ ਲਿਓ। ਬਹੁਤ ਹੀ ਇੰਪੋਰਟੈਂਟ ਕਵਿਤਾ ਤੁਹਾਡੇ ਉਹਦੇ ਮੁਤਾਬਕ ਜਿਹੜਾ ਤੁਹਾਡਾ ਸਿਲੇਬਸ ਹੈਗਾ, ਬਹੁਤ ਇੰਪੋਰਟੈਂਟ ਕਵਿਤਾ। ਬਹੁਤ ਵਾਰੀ ਇਸ ਦੇ ਵਿੱਚੋਂ ਪ੍ਰਸੰਗ ਦੱਸ ਕੇ ਵਿਆਖਿਆ ਵੀ ਆਈ ਹੈ, ਛੋਟੇ ਪ੍ਰਸ਼ਨਾਂ ਦੇ ਬਾਰੇ ਵੀ ਪੁੱਛੇ ਗਏ ਹੈ ਕੁਐਸਚਨ। ਵਿਦਿਆਰਥੀਓ ਤੁਹਾਡੇ ਆਪਾਂ ਆਉਣ ਵਾਲੇ ਪੀੜ੍ਹੀਆਂ ਦੇ ਵਿੱਚ ਗ੍ਰਾਮਰ ਦੀ ਗੱਲ ਕਰਾਂਗੇ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਅੱਗੇ ਆਪਾਂ ਅਗਲੇ ਲੈਕਚਰਾਂ ਦੇ ਵਿੱਚ ਬਾਕੀ ਰਹਿੰਦੇ ਸਿਲੇਬਸ ਦੀ ਗੱਲ ਕਰਾਂਗੇ। ਤੁਸੀਂ ਧਿਆਨ ਦੇ ਨਾਲ ਇਸ ਲੈਕਚਰ ਨੂੰ ਸੁਣਨਾ ਹੈ ਤੇ ਜਿਹੜੇ ਦਿੱਤੇ ਹੋਏ ਅੱਗੇ ਤੁਸੀਂ ਆਨਸਰ ਲਿਖ ਕੇ ਭੇਜ ਦਿਓ ਵਾਪਸ ਮੈਨੂੰ, ਉਸੇ ਤਰ੍ਹਾਂ ਲਿਖ ਕੇ ਭੇਜੋ।